ਪਿਆਰੇ ਵਿਦਿਆਰਥੀਓ, ਅੱਜ ਆਪਾਂ ਸਰੀਰਕ ਸਿੱਖਿਆ ਦਾ ਪਾਠ ਦੂਜਾ ਖੇਡ ਸਿਖਲਾਈ ਸਪੋਰਟਸ ਟ੍ਰੇਨਿੰਗ ਪੜ੍ਹਾਂਗੇ ਅਤੇ ਉਸ ਤੋਂ ਬਾਅਦ ਇਸ ਦੇ ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ ਕਰਾਂਗੇ। ਸੋ ਖੇਡ ਦੇ ਵਿੱਚ ਸਿਖਲਾਈ ਦਾ ਬਹੁਤ ਮਹੱਤਵ ਆ। ਇਸ ਧਰਤੀ 'ਤੇ ਮਨੁੱਖ ਦੀ ਹੋਂਦ ਅਤੇ ਆਦਿ ਮਨੁੱਖ ਤੋਂ ਲੈ ਕੇ ਸੱਭਿਅਤਾ ਤੱਕ ਦਾ ਸਫ਼ਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਮਨੁੱਖ ਨੇ ਆਪਣੇ ਆਪ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕੀਤੀ ਹੈ। ਪੁਰਾਤਨ ਸਮੇਂ ਵਿੱਚ ਗ੍ਰੀਕ, ਰੋਮਨ, ਚੀਨ, ਭਾਰਤ ਅਤੇ ਹੋਰ ਪੁਰਾਤਨ ਸੱਭਿਅਤਾਵਾਂ ਵਿੱਚ ਫੌਜੀਆਂ ਅਤੇ ਖਿਡਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਤਿਆਰ ਕਰਨ ਦਾ ਜ਼ਿਕਰ ਆਉਂਦਾ ਹੈ। ਪੁਰਾਣੇ ਸਮੇਂ ਵਿੱਚ ਤਿਆਰੀਆਂ ਦੇ ਮੁੱਢਲੇ ਸਿਧਾਂਤਾਂ ਜਿਵੇਂ ਨਿਰੰਤਰਤਾ ਦੇ ਸਿਧਾਂਤ, ਵਾਧੂ ਭਾਰ ਦੇ ਸਿਧਾਂਤ ਆਦਿ ਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ। ਇਹ ਦੋਵੇਂ ਚੀਜ਼ਾਂ ਬੇਟੇ, ਨਿਰੰਤਰਤਾ ਦਾ ਸਿਧਾਂਤ ਅਤੇ ਵਾਧੂ ਭਾਰ ਦਾ ਸਿਧਾਂਤ, ਇਸ ਬਾਰੇ ਆਪਾਂ ਅੱਗੇ ਪੜ੍ਹਾਂਗੇ ਪਾਠ ਦੇ ਵਿੱਚ। ਪਰ ਇਹ ਤਿਆਰੀ ਕੇਵਲ ਸਰੀਰਕ ਤਿਆਰੀ ਤੱਕ ਹੀ ਸੀਮਿਤ ਹੁੰਦੀ ਸੀ। ਪੁਰਾਣੀਆਂ ਖੇਡਾਂ ਨਾਲੋਂ ਅੱਜ ਦੀਆਂ ਖੇਡਾਂ ਦੇ ਰੂਪ ਵਿੱਚ ਬਹੁਤ ਫਰਕ ਆ ਗਿਆ ਹੈ। ਖੇਡਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਹੁਣ ਖਿਡਾਰੀ ਨੂੰ ਸਰੀਰਕ ਤੌਰ 'ਤੇ ਕੁਸ਼ਲ ਹੋਣ ਦੇ ਨਾਲ-ਨਾਲ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਤਿਆਰ ਰਹਿਣ ਦੀ ਲੋੜ ਵੀ ਪੈਂਦੀ ਹੈ। ਖਿਡਾਰੀ ਨੂੰ ਖੇਡਣ ਦੀ ਤਿਆਰੀ ਕਰਵਾਉਣ ਲਈ ਸਧਾਰਨ ਤਰੀਕਿਆਂ ਦੀ ਥਾਂ ਹੁਣ ਵਿਸ਼ਿਸ਼ਟ ਅਤੇ ਵਿਗਿਆਨਕ ਤਰੀਕਿਆਂ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਪਿਛਲੇ 3-4 ਦਹਾਕਿਆਂ ਤੋਂ ਖੇਡ ਸਿਖਲਾਈ ਖੇਤਰ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਹੁਣ ਖਿਡਾਰੀਆਂ ਨੂੰ ਖੇਡਣ ਦੀ ਸਿਖਲਾਈ ਦੇਣ ਲਈ ਨਵੇਂ-ਨਵੇਂ ਤਜਰਬੇ ਕੀਤੇ ਜਾ ਰਹੇ ਹਨ, ਜਿਸ ਨਾਲ ਨਵੇਂ ਸਿਖਲਾਈ ਢੰਗ ਹੋਂਦ ਵਿੱਚ ਆ ਰਹੇ ਹਨ। ਇਹ ਸਿਖਲਾਈ ਢੰਗ ਪੂਰੀ ਤਰ੍ਹਾਂ ਵਿਗਿਆਨਕ ਸਿਧਾਂਤਾਂ ਉੱਪਰ ਨਿਰਭਰ ਨੇ। ਖਿਡਾਰੀ ਇਹਨਾਂ ਸਿਖਲਾਈ ਢੰਗਾਂ ਦੀ ਵਰਤੋਂ ਕਰਕੇ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾ ਸਕਦਾ ਹੈ। ਪਹਿਲਾ ਪੁਆਇੰਟ ਪੜ੍ਹਦੇ ਹਾਂ ਕਿ ਸਿਖਲਾਈ ਜਾਂ ਟ੍ਰੇਨਿੰਗ ਦਾ ਅਰਥ ਕੀ ਹੈ। ਖੇਡਾਂ ਵਿੱਚ ਸਿਖਲਾਈ ਜਾਂ ਟ੍ਰੇਨਿੰਗ ਸ਼ਬਦ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਹੈ। ਸਿਖਲਾਈ ਤੋਂ ਭਾਵ ਖਿਡਾਰੀ ਨੂੰ ਉੱਚ ਪੱਧਰ ਦੀ ਸਿਖਲਾਈ ਦੇਣ ਤੋਂ ਹੈ। ਇਹ ਪ੍ਰਕਿਰਿਆ ਕੁਝ ਦਿਨਾਂ, ਮਹੀਨਿਆਂ ਜਾਂ ਸਾਲਾਂ ਦੀ ਹੋ ਸਕਦੀ ਹੈ। ਆਮ ਲੋਕ ਖੇਡ ਸਿਖਲਾਈ ਨੂੰ ਕੇਵਲ ਸਰੀਰਕ ਕਸਰਤਾਂ ਹੀ ਸਮਝਦੇ ਆ। ਕੇਵਲ ਕਸਰਤਾਂ ਜਾਂ ਅਭਿਆਸ ਨਾਲ ਸਿਖਲਾਈ ਦੇ ਪ੍ਰਦਰਸ਼ਨ ਨੂੰ ਵਧੀਆ ਨਹੀਂ ਬਣਾਇਆ ਜਾ ਸਕਦਾ, ਸਗੋਂ ਖਿਡਾਰੀ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਬਹੁਤ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ, ਜਿਵੇਂ ਖੇਡ ਸਮਾਨ, ਖੇਡ ਸੰਬੰਧੀ ਹਦਾਇਤਾਂ, ਖਿਡਾਰੀ ਦੀ ਪ੍ਰਗਤੀ ਦਾ ਰਿਕਾਰਡ, ਮਤਲਬ ਪਹਿਲਾਂ ਉਹਨੇ ਕਿਸ ਖੇਡ ਦੇ ਵਿੱਚ ਕਿਸ ਤਰੀਕੇ ਨਾਲ ਰਿਕਾਰਡ ਬਣਾਏ ਆ। ਸੰਤੁਲਿਤ ਆਹਾਰ ਲੈਣਾ ਬੱਚੇ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸੰਤੁਲਿਤ ਆਹਾਰ ਜੇਕਰ ਆਪਾਂ ਨਹੀਂ ਲਵਾਂਗੇ ਤਾਂ ਖਿਡਾਰੀ ਦੀ ਸਮੁੱਚੀ ਜੋ ਕਾਰਜ ਕੁਸ਼ਲਤਾ ਉਸ ਦੇ ਵਿੱਚ ਫਰਕ ਪੈ ਜਾਂਦਾ। ਮਨੋਵਿਗਿਆਨਕ ਤਿਆਰੀ ਵੀ ਜ਼ਰੂਰੀ ਆ। ਜੇਕਰ ਕੋਈ ਖਿਡਾਰੀ ਮਾਨਸਿਕ ਤੌਰ ਦੇ ਉੱਤੇ ਖੇਡਣ ਲਈ ਤਿਆਰ ਨਾ ਹੋਵੇ, ਜਿੱਤ ਪ੍ਰਾਪਤ ਕਰਨ ਲਈ ਤਿਆਰ ਨਾ ਹੋਵੇ, ਤਾਂ ਉਹ ਕਿਵੇਂ ਜਿੱਤ ਸਕਦਾ ਜੇ ਉਹ ਪਹਿਲਾਂ ਹੀ ਢਾਹੂ ਸੋਚ ਦੇ ਨਾਲ ਖੇਡ ਰਿਹਾ। ਤਾਂ ਇਸ ਲਈ ਜੇਕਰ ਸਿਖਲਾਈ ਸਮੇਂ ਇਹਨਾਂ ਪੱਖਾਂ ਨੂੰ ਨਜ਼ਰਅੰਦਾਜ਼ ਕਰ ਲਈਏ ਤਾਂ ਖਿਡਾਰੀ ਦੀ ਤਰੱਕੀ ਅਸੰਭਵ ਹੀ ਹੋ ਜਾਂਦੀ ਹੈ। ਹੁਣ ਅਸੀਂ ਦੇਖੀਏ ਖੇਡ ਸਿਖਲਾਈ ਦੀ ਪਰਿਭਾਸ਼ਾ ਨੇ ਕਿਵੇਂ ਕੀਤੀਆਂ। ਮਾਰਟਿਨ ਨੇ ਕਿਹਾ, ਖੇਡ ਸਿਖਲਾਈ ਟੀਚੇ ਨੂੰ ਹਾਸਲ ਕਰਨ ਲਈ ਇੱਕ ਨਿਯੋਜਿਤ ਅਤੇ ਨਿਯੰਤਰਿਤ ਪ੍ਰਕਿਰਿਆ ਹੈ, ਜਿਸ ਵਿੱਚ ਉਪਾਅ ਅਤੇ ਸੰਗਠਨ ਦੇ ਸੁਮੇਲ ਨਾਲ ਗਤੀਸ਼ੀਲ ਪ੍ਰਦਰਸ਼ਨ ਅਤੇ ਵਿਹਾਰ ਵਿੱਚ ਪਰਿਵਰਤਨ ਲਿਆਂਦਾ ਜਾਂਦਾ ਹੈ। ਅਸੀਂ ਆਈਏ ਅੱਗੇ, ਖੇਡ ਸਿਖਲਾਈ ਦੇ ਉਦੇਸ਼ ਕੀ ਨੇ, ਕਿਹੜੇ ਉਦੇਸ਼ਾਂ ਨੂੰ ਮੁੱਖ ਰੱਖ ਕੇ ਅਸੀਂ ਖੇਡ ਦੀ ਸਿਖਲਾਈ ਦਿੰਦੇ ਹਾਂ। ਖੇਡ ਸਿਖਲਾਈ ਦਾ ਉਦੇਸ਼ ਖਿਡਾਰੀਆਂ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਕਰਨਾ ਹੈ। ਖਿਡਾਰੀਆਂ ਦੀ ਤਰੱਕੀ ਮੁੱਖ ਤੌਰ 'ਤੇ 5 ਤੱਤਾਂ 'ਤੇ ਨਿਰਭਰ ਕਰਦੀ ਹੈ। ਬੇਟੇ ਯਾਦ ਰੱਖਣਾ ਵੀ ਇਹ ਪ੍ਰਸ਼ਨ ਤੁਹਾਨੂੰ ਪੇਪਰ 'ਚ ਆ ਸਕਦਾ ਵੀ ਖਿਡਾਰੀ ਦੀ ਤਰੱਕੀ ਹੈ ਜਿਹੜੀ ਕਿੰਨੇ ਤੱਤਾਂ 'ਤੇ ਨਿਰਭਰ ਕਰਦੀ ਹੈ। ਇਹ ਤੱਤ ਖੇਡ ਸਿਖਲਾਈ ਦਾ ਆਧਾਰ ਨੇ। ਖੇਡ ਸਿਖਲਾਈ ਦਾ ਉਦੇਸ਼ ਇਹਨਾਂ ਤੱਤਾਂ ਵਿੱਚ ਸੁਧਾਰ ਕਰਨਾ ਹੈ ਤਾਂ ਕਿ ਖਿਡਾਰੀ ਮੁਕਾਬਲੇ ਦੌਰਾਨ ਆਪਣੇ ਸਰਵਉੱਚ ਪ੍ਰਦਰਸ਼ਨ ਕਰ ਸਕੇ ਅਤੇ ਸਭ ਤੋਂ ਅੱਗੇ ਆ ਸਕੇ। ਕਿਹੜੇ ਇਹ ਤੱਤ ਨੇ? ਸਰੀਰਕ ਬਣਤਰ। ਹਰੇਕ ਖਿਡਾਰੀ ਦੀ ਸਰੀਰਕ ਬਣਤਰ ਵੱਖੋ ਵੱਖਰੀ ਹੁੰਦੀ ਹੈ। ਜ਼ਿਆਦਾਤਰ ਜੋ ਬਣਤਰ ਹੈ ਉਹ ਹਰ ਵਿਅਕਤੀ ਦੇ ਵੰਸ਼ਿਕ ਗੁਣਾਂ ਉੱਪਰ ਨਿਰਭਰ ਕਰਦੀ ਹੈ, ਜਿਹੜੇ ਉਹਨੂੰ ਆਪਣੇ ਮਾਪਿਆਂ ਤੋਂ ਮਿਲਦੇ ਆ, ਅਤੇ ਇਹਦੇ ਵਿੱਚ ਕੋਈ ਵੀ ਜ਼ਿਆਦਾ ਤਬਦੀਲੀ ਨਹੀਂ ਕਰ ਸਕਦਾ। ਪਰ ਯੋਗਤਾ ਨੂੰ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ ਅਤੇ ਕੁਦਰਤੀ ਤੌਰ 'ਤੇ ਵਧੀਆ ਸਰੀਰਕ ਬਣਤਰ ਬਾਰੇ ਖਿਡਾਰੀਆਂ ਨੂੰ ਸਿਖਲਾਈ ਦੌਰਾਨ ਵਧੇਰੇ ਲਾਭ ਪ੍ਰਾਪਤ ਹੁੰਦਾ। ਦੂਸਰਾ ਪੁਆਇੰਟ ਆਉਂਦਾ ਸਰੀਰਕ ਯੋਗਤਾ। ਯੋਗਤਾ ਕੀ ਹੈ? ਸਰੀਰਕ ਯੋਗਤਾ ਜਿਹੜੀ ਆ ਉਹ 5 ਤੱਤ ਗਤੀ, ਤਾਕਤ, ਸਹਿਣਸ਼ੀਲਤਾ, ਲਚਕ ਅਤੇ ਤਾਲਮੇਲ ਦਾ ਸੁਮੇਲ ਆ। ਸਰੀਰਕ ਯੋਗਤਾ ਦੇ ਇਹਨਾਂ ਤੱਤਾਂ ਵਿੱਚ ਸੁਧਾਰ ਕਰਨਾ ਖੇਡ ਸਿਖਲਾਈ ਦਾ ਮੁੱਖ ਉਦੇਸ਼ ਹੈ। ਸੋ ਪਹਿਲਾਂ ਅਸੀਂ ਇਹ ਦੇਖ ਲਿਆ ਕਿ ਬਣਤਰ ਨੂੰ ਤਾਂ ਅਸੀਂ
ਬਦਲ ਨਹੀਂ ਸਕਦੇ ਕਿਉਂਕਿ ਵੰਸ਼ਕ ਗੁਣਾਂ ਉੱਤੇ ਨਿਰਭਰ ਕਰਦੀ ਹੈ, ਪਰ ਫਿਟਨੈਸ ਨੂੰ ਅਸੀਂ ਇਨਕਰੀਜ਼ ਕਰ ਸਕਦੇ ਹਾਂ, ਫਿਟਨੈਸ ਨੂੰ ਵਧਾ ਸਕਦੇ ਹਾਂ। ਕਿਵੇਂ? ਲੰਮੀ ਦੂਰੀ ਦੀਆਂ ਦੌੜਾਂ ਲਈ ਸਹਿਣਸ਼ੀਲਤਾ ਦੀ ਲੋੜ ਪੈਂਦੀ ਹੈ, ਜਦ ਕਿ ਰੱਖਿਆਤਮਕ ਖੇਡਾਂ ਜਿਵੇਂ ਜੂਡੋ, ਮੁੱਕੇਬਾਜ਼ੀ ਆਦਿ ਵਿੱਚ ਤਾਕਤ ਅਤੇ ਗਤੀ ਦੇ ਤਾਲਮੇਲ ਦੀ ਵਧੇਰੇ ਲੋੜ ਪੈਂਦੀ ਹੈ। ਸਰੀਰਕ ਯੋਗਤਾ ਦੇ ਇਹਨਾਂ ਤੱਤਾਂ ਵਿੱਚ ਸੁਧਾਰ ਕਰਨ ਲਈ ਖੇਡ ਦੇ ਅਨੁਸਾਰ ਵੱਖ-ਵੱਖ ਪ੍ਰਕਾਰ ਦੇ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਹਨ। ਅਗਲਾ ਪੁਆਇੰਟ ਆ ਬੇਟੇ, ਤਕਨੀਕੀ ਮਹਾਰਤ, ਟੈਕਨੀਕਲ ਸਕਿੱਲ। ਹਰੇਕ ਖੇਡ ਵਿੱਚ ਕਈ ਤਰ੍ਹਾਂ ਦੀਆਂ ਚਾਲਕ ਕਿਰਿਆਵਾਂ ਸ਼ਾਮਲ ਹੁੰਦੀਆਂ। ਖਿਡਾਰੀ ਦਾ ਪ੍ਰਦਰਸ਼ਨ ਇਸ ਗੱਲ 'ਤੇ ਨਿਰਭਰ ਕਰਦਾ ਕਿ ਖਿਡਾਰੀ ਇਹਨਾਂ ਕਿਰਿਆਵਾਂ ਨੂੰ ਕਿੰਨੇ ਵਧੀਆ ਤਰੀਕੇ ਨਾਲ ਪੂਰਾ ਕਰਦਾ। ਅੱਜ ਖੇਡਾਂ ਵਿੱਚ ਖਿਡਾਰੀਆਂ ਦੀ ਤਕਨੀਕੀ ਸਿਖਲਾਈ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਤਾਂ ਕਿ ਖਿਡਾਰੀ ਖੇਡ ਕਿਰਿਆਵਾਂ ਵਿੱਚ ਮਹਾਰਤ ਹਾਸਲ ਕਰ ਸਕੇ। ਤਕਨੀਕੀ ਅਭਿਆਸ ਨਾਲ ਖਿਡਾਰੀ ਮੁਸ਼ਕਲ ਖੇਡ ਕੌਸ਼ਲਾਂ ਨੂੰ ਆਸਾਨੀ ਨਾਲ ਕਰਨ ਦੇ ਸਮਰੱਥ ਹੋ ਜਾਂਦਾ। ਸੋ ਅਗਲਾ ਪੁਆਇੰਟ ਸਾਡਾ ਚੌਥਾ ਹੈ ਜੋ ਤਕਨੀਕੀ ਕੁਸ਼ਲਤਾ, ਟੈਕਨੀਕਲ ਐਫੀਸ਼ੀਐਂਸੀ। ਐਫੀਸ਼ੀਐਂਸੀ ਦਾ ਮਤਲਬ ਹੁੰਦਾ ਕੋਈ ਬੰਦਾ ਕਿੰਨੇ ਘੱਟ ਸਮੇਂ ਦੇ ਵਿੱਚ ਕਿੰਨੇ ਕੰਮ ਜ਼ਿਆਦਾ ਕਰ ਲੈਂਦਾ। ਸੋ ਖੇਡ ਦੇ ਵਿੱਚ ਇਹ ਹੈ ਵੀ ਮਹਾਰਤ ਕਿੰਨੀ ਹਾਸਲ ਹੋ ਜਾਂਦੀ ਹੈ। ਖੇਡਾਂ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਖਿਡਾਰੀ ਦਾ ਤੇਜ਼ ਤਰਾਰ ਹੋਣਾ ਜਾਂ ਦੂਸਰੇ ਸ਼ਬਦਾਂ ਵਿੱਚ ਚੁਸਤ ਚਲਾਕ ਹੋਣਾ ਬਹੁਤ ਜ਼ਰੂਰੀ ਹੈ। ਮੁਕਾਬਲੇ ਦੌਰਾਨ ਸਹੀ ਸਮੇਂ ਅਤੇ ਸਹੀ ਤਕਨੀਕ ਰਾਹੀਂ ਵਿਰੋਧੀ ਖਿਡਾਰੀਆਂ ਨੂੰ ਚਕਮਾ ਦੇਣ ਵਾਲੇ ਅਤੇ ਆਪਣੀ ਟੀਮ ਨੂੰ ਫਾਇਦਾ ਪਹੁੰਚਾਉਣ ਵਾਲੇ ਖਿਡਾਰੀ ਨੂੰ ਵਧੀਆ ਮੰਨਿਆ ਜਾਂਦਾ। ਵਿੱਚ ਤੁਸੀਂ ਆਮ ਹੀ ਦੇਖਦੇ ਹੋ ਕਬੱਡੀ ਦੇ ਵਿੱਚ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ। ਜਿਹੜੇ ਖਿਡਾਰੀ ਤੇਜ਼ ਤਰਾਰ ਹੋਣ ਅਤੇ ਚੁਸਤ ਚਲਾਕ ਹੋਣ ਤਾਂ ਉਹ ਛੇਤੀ ਪੁਆਇੰਟ ਖਿੱਚ ਲਿਆਉਂਦੇ ਆ। ਅਗਲਾ ਪੁਆਇੰਟ ਹੈ ਸਾਡਾ ਸਮੁੱਚੀ ਸ਼ਖਸੀਅਤ ਦਾ ਵਿਕਾਸ। ਆਮ ਤੌਰ 'ਤੇ ਸਰੀਰਕ ਪੱਖੋਂ ਫੁਰਤੀਲਾ ਅਤੇ ਖੇਡ ਕੌਸ਼ਲਾਂ ਵਿੱਚ ਮਾਹਰ ਹੋਣ ਨੂੰ ਹੀ ਖਿਡਾਰੀ ਦੀ ਸਫਲਤਾ ਦਾ ਆਧਾਰ ਮੰਨਿਆ ਜਾਂਦਾ ਹੈ। ਸੋ ਖਿਡਾਰੀ ਦੀ ਕਾਮਯਾਬੀ ਉਸਦੇ ਦਿਮਾਗੀ ਵਿਕਾਸ ਅਤੇ ਉਸ ਦੀਆਂ ਆਦਤਾਂ ਉੱਪਰ ਵੀ ਨਿਰਭਰ ਕਰਦੀ ਹੈ। ਖਿਡਾਰੀ ਦੀ ਖੇਡ ਰੁਚੀ, ਖੇਡ ਮਨੋਰਥ, ਰਵੱਈਆ, ਕਈ ਪੱਖ ਆ ਜਿਹਦੇ ਡਿਪੈਂਡ ਕਰਦੇ ਆ ਸਫਲਤਾ ਨੂੰ। ਇਸ ਤੋਂ ਇਲਾਵਾ ਖਿਡਾਰੀਆਂ ਦੀਆਂ ਆਪਣੀਆਂ ਭਾਵਨਾਵਾਂ ਉੱਤੇ ਕੰਟਰੋਲ, ਜਿਸ ਨੂੰ ਅਸੀਂ ਸਪੋਰਟਸਮੈਨਸ਼ਿਪ ਕਹਿ ਦਿੰਦੇ ਹਾਂ, ਇਮਾਨਦਾਰੀ, ਮਿਹਨਤ, ਨਿਰੰਤਰਤਾ ਮਤਲਬ ਲਗਾਤਾਰ ਅਭਿਆਸ ਆਦਿ ਕਈ ਪਹਿਲੂ ਹਨ ਜੋ ਖਿਡਾਰੀ ਦੀ ਤਰੱਕੀ ਵਿੱਚ ਸਹਾਈ ਹੁੰਦੇ ਹਨ। ਅਗਲਾ ਜੋ ਸਾਡਾ ਮੁੱਖ ਪੁਆਇੰਟ ਹੈ, ਖੇਡ ਸਿਖਲਾਈ ਕਿਹੜੇ ਸਿਧਾਂਤਾਂ ਦੇ ਉੱਤੇ ਨਿਰਭਰ ਕਰਦੀ ਹੈ। ਖਿਡਾਰੀਆਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕੀਤਾ ਜਾਂਦਾ ਤਾਂ ਕਿ ਖਿਡਾਰੀ ਖੇਡ ਮੁਕਾਬਲੇ ਦੌਰਾਨ ਵਧੀਆ ਪ੍ਰਦਰਸ਼ਨ ਦਿਖਾ ਸਕਣ। ਇਸ ਉਦੇਸ਼ ਦੀ ਪ੍ਰਾਪਤੀ ਲਈ ਕੋਚ ਦਾ ਹੋਣਾ ਬਹੁਤ ਜ਼ਰੂਰੀ ਆ ਅਤੇ ਇਕੱਲਾ ਕੋਚ ਹੀ ਨਹੀਂ, ਵਧੀਆ ਕੋਚ ਦਾ ਹੋਣਾ ਜ਼ਰੂਰੀ ਆ। ਵਿਸ਼ੇਸ਼ ਗੱਲਾਂ ਵਿੱਚ ਧਿਆਨ ਰੱਖਦੇ ਆ ਕੋਚ। ਫਿਰ ਜੇਕਰ ਸਿਖਲਾਈ ਦੇ ਸਿਧਾਂਤਾਂ ਨੂੰ ਸਹੀ ਢੰਗ ਨਾਲ ਲਾਗੂ ਨਾ ਕੀਤਾ ਜਾਵੇ ਤਾਂ ਖਿਡਾਰੀ ਦੀ ਤਰੱਕੀ ਵਿੱਚ ਰੁਕਾਵਟ ਆ ਜਾਂਦੀ ਹੈ। ਹੁਣ ਅਸੀਂ ਦੇਖੀਏ ਖੇਡ ਸਿਖਲਾਈ ਦੇ ਵੱਖ-ਵੱਖ ਸਿਧਾਂਤ ਕੀ ਨੇ। ਪਹਿਲਾ ਹੈ ਨਿਰੰਤਰਤਾ ਦਾ ਸਿਧਾਂਤ। ਖੇਡ ਸਿਖਲਾਈ ਦਾ ਇਹ ਸਿਧਾਂਤ ਦਰਸਾਉਂਦਾ ਹੈ ਕਿ ਖੇਡ ਸਿਖਲਾਈ ਦੌਰਾਨ ਨਿਰੰਤਰਤਾ ਨਾਲ ਅਭਿਆਸ ਕਰਨਾ ਚਾਹੀਦਾ। ਜੇਕਰ ਅਭਿਆਸ ਛੱਡ ਦਿੱਤਾ ਜਾਵੇ ਜਾਂ ਅਭਿਆਸ ਵਿੱਚ ਲੰਮਾ ਅੰਤਰਾਲ ਆ ਜਾਵੇ ਤਾਂ ਖਿਡਾਰੀ ਦੇ ਖੇਡ ਦਾ ਪੱਧਰ ਹੇਠ ਆਉਣਾ ਸ਼ੁਰੂ ਹੋ ਜਾਂਦਾ। ਇਸ ਲਈ ਖੇਡ ਯੋਗਤਾ ਨੂੰ ਵਧੀਆ ਬਣਾਉਣ ਲਈ ਨਿਯਮਿਤ ਰੂਪ ਵਿੱਚ ਅਭਿਆਸ ਕਰਨਾ ਜ਼ਰੂਰੀ ਹੈ। ਅਗਲਾ ਪੁਆਇੰਟ ਹੈ ਵਾਧੂ ਭਾਰ ਦਾ ਸਿਧਾਂਤ। ਵਾਧੂ ਭਾਰ ਦੇ ਸਿਧਾਂਤ ਤੋਂ ਬਿਨਾਂ ਖਿਡਾਰੀ ਦੀ ਸਰੀਰਕ ਯੋਗਤਾ ਵਿੱਚ ਵਾਧਾ ਸੰਭਵ ਨਹੀਂ ਹੈ। ਵਾਧੂ ਭਾਰ ਦਾ ਮਤਲਬ ਕੀ ਹੈ? ਜਿੱਥੋਂ ਤੱਕ ਤੁਸੀਂ ਈਜ਼ੀਲੀ ਕਿਸੇ ਖੇਡ ਨੂੰ ਖੇਡ ਸਕਦੇ ਹੋ ਉਸ ਤੋਂ ਵੱਧ ਸੀਮਾ ਤੱਕ ਜਾਣ ਦੀ ਕੋਸ਼ਿਸ਼ ਕਰੋ, ਉਹਨੂੰ ਹੀ ਵਾਧੂ ਭਾਰ ਕਿਹਾ ਜਾਂਦਾ। ਜਿਵੇਂ ਇੱਕ ਆਪਾਂ ਵੇਟ ਲਿਫਟਰ ਦੀ ਗੱਲ ਕਰ ਲਈਏ, ਜੇਕਰ ਉਹ 90 ਕਿਲੋ ਦਾ ਭਾਰ ਆਸਾਨੀ ਨਾਲ ਉਠਾ ਸਕਦਾ ਤਾਂ ਫਿਰ ਉਹਦੇ ਵਿੱਚ ਉਹ 91 ਐਡ ਕਰੇ, ਇੱਕ ਹੋਰ ਐਡ ਕਰੇ, ਕੋਸ਼ਿਸ਼ ਕਰੇ ਅੱਗੇ ਤੋਂ ਅੱਗੇ ਵਾਧੂ ਭਾਰ ਚੱਕਣ ਦੀ। ਸੋ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਕਿ ਜਿੰਨੀ ਦੇਰ ਖਿਡਾਰੀ ਆਪਣੇ ਆਪ ਨੂੰ ਪਹਿਲਾਂ ਦਿੱਤੇ ਗਏ ਵਾਧੂ ਭਾਰ ਦੇ ਅਨੁਸਾਰ ਢਾਲ ਨਹੀਂ ਲੈਂਦਾ, ਉਨੀ ਦੇਰ ਹੋਰ ਭਾਰ ਨਹੀਂ ਦੇਣਾ। ਜੇਕਰ ਖਿਡਾਰੀ ਨੂੰ ਉਸਦੀ ਸਮਰੱਥਾ ਤੋਂ ਵਧੇਰੇ ਭਾਰ ਦਿੱਤਾ ਜਾਂਦਾ ਤਾਂ ਖਿਡਾਰੀ ਥਕਾਵਟ ਦੀ ਹਾਲਤ ਵਿੱਚ ਜਾ ਸਕਦਾ ਜਾਂ ਸੱਟ ਲੱਗਣ ਦਾ ਖਤਰਾ ਵੀ ਬਣਿਆ ਰਹਿੰਦਾ। ਇਸ ਕਰਕੇ ਵਾਧੂ ਭਾਰ ਸਰੀਰਕ ਯੋਗਤਾ ਨੂੰ ਵਧਾਉਣ ਲਈ ਜ਼ਰੂਰੀ ਤਾਂ ਹੈ, ਪਰ ਉਸ ਨੂੰ ਕਿਸੇ ਅੱਛੇ ਕੋਚ ਦੀ ਦੇਖ ਰੇਖ ਹੇਠਾਂ ਹੀ ਸਾਨੂੰ ਕਰਨਾ ਚਾਹੀਦਾ। ਅਗਲਾ ਪੁਆਇੰਟ ਇਕਸਾਰਤਾ ਅਤੇ ਵਖਰੇਵੇਂ ਦਾ ਸਿਧਾਂਤ। ਖੇਡ ਸਿਖਲਾਈ ਦੇ ਸਾਰਥਕ ਨਤੀਜੇ ਪ੍ਰਾਪਤ ਕਰਨ ਲਈ ਸਿਖਲਾਈ ਵਿੱਚ ਇਕਸਾਰਤਾ ਹੋਣਾ ਬਹੁਤ ਜ਼ਰੂਰੀ ਆ। ਸਿਖਲਾਈ ਦਾ ਉਦੇਸ਼ ਸਾਰੇ ਖਿਡਾਰੀਆਂ ਲਈ ਇੱਕ ਹੋਣਾ ਚਾਹੀਦਾ।
ਇਹ ਨਹੀਂ ਕਿ ਕਿਸੇ ਵਾਸਤੇ ਕੁਝ ਹੋਰ ਤੇ ਕਿਸੇ ਵਾਸਤੇ ਕੁਝ ਹੋਰ। ਸਾਰੇ ਖਿਡਾਰੀਆਂ ਨੂੰ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਆ, ਪਰ ਸਿਖਲਾਈ ਦੌਰਾਨ ਖਿਡਾਰੀਆਂ ਵਿਚਲੇ ਵਿਅਕਤੀਗਤ ਅੰਤਰ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ। ਇੱਥੋਂ ਹੁਣ ਸਾਡਾ ਵਖਰੇਵੇਂ ਦਾ ਸਿਧਾਂਤ ਸ਼ੁਰੂ ਹੋ ਜਾਏਗਾ। ਇੱਕ ਕੋਚ ਆ ਜੋ ਉਹਦੇ ਕੋਲੇ ਜਿੰਨੇ ਵੀ ਖਿਡਾਰੀ ਸਿਖਲਾਈ ਪ੍ਰਾਪਤ ਕਰ ਰਹੇ ਆ ਉਹਨਾਂ ਦੀ ਉਮਰ ਦਾ, ਲਿੰਗ ਦਾ, ਸਮਰੱਥਾ ਆਦਿ ਦਾ ਅੰਤਰ ਹੋ ਸਕਦਾ। ਇਸ ਲਈ ਖਿਡਾਰੀਆਂ ਦੇ ਵਿਅਕਤੀਗਤ ਅੰਤਰ ਨੂੰ ਮੁੱਖ ਰੱਖਦੇ ਹੋਏ ਸਿਖਲਾਈ ਦੇ ਤਰੀਕਿਆਂ ਵਿੱਚ ਵੀ ਤਬਦੀਲੀ ਕਰਨੀ ਪਵੇਗੀ। ਲੜਕਿਆਂ ਨੂੰ ਲੜਕੀਆਂ ਤੋਂ ਅਲੱਗ ਤਰੀਕੇ ਨਾਲ ਕੋਚਿੰਗ ਦੇਣੀ ਪੈ ਸਕਦੀ ਆ ਤਾਂ ਕਿ ਘੱਟ ਸਮਰੱਥਾ ਵਾਲਾ ਖਿਡਾਰੀ ਵਾਧੂ ਬੋਝ ਤੋਂ ਬਚ ਸਕੇ ਅਤੇ ਉਹਦੇ ਸੱਟ ਨਾ ਲੱਗ ਜੇ ਅਤੇ ਜਾਂ ਉਹ ਹਮੇਸ਼ਾ ਹੀ ਉਹਦਾ ਕੋਈ ਅੰਗ ਫ੍ਰੈਕਚਰ ਨਾ ਹੋ ਜਾਏ। ਅਗਲਾ ਪੁਆਇੰਟ ਆ ਬੱਚੋ ਸਾਡਾ ਵਿਗਿਆਨਕ ਅਤੇ ਵਿਸ਼ਿਸ਼ਟ ਸਿਖਲਾਈ। ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਸਿਖਲਾਈ ਵਿਗਿਆਨਕ ਸਿਧਾਂਤਾਂ ਉੱਪਰ ਆਧਾਰਿਤ ਹੋਣੀ ਚਾਹੀਦੀ ਹੈ। ਜਿਵੇਂ ਜਦੋਂ ਜੈਵਲਿਨ ਥਰੋ ਕੀਤਾ ਜਾਂਦਾ ਤਾਂ ਜੈਵਲਿਨ ਥਰੋ ਨੂੰ ਜੇਕਰ 45 ਡਿਗਰੀ ਦੇ ਕੋਣ ਦੇ ਉੱਤੇ ਸਿੱਟਿਆ ਜਾਵੇ ਤਾਂ ਉਹ ਵੱਧ ਤੋਂ ਵੱਧ ਦੂਰੀ ਹਾਸਲ ਕਰ ਸਕਦਾ ਅਤੇ ਖਿਡਾਰੀ ਜਿੱਤ ਜਾਏਗਾ। ਅਤੇ ਜੇ ਅਸੀਂ 45 ਤੋਂ ਭਾਵੇਂ ਵੱਧ ਕੋਣ 'ਤੇ ਸਿੱਟੀਏ ਜਾਂ ਘੱਟ ਕੋਣ 'ਤੇ ਸਿੱਟੀਏ ਤਾਂ ਉਸ ਦੀ ਜੋ ਦੂਰੀ ਹੈ ਉਹ ਹਮੇਸ਼ਾ ਘੱਟ ਜਾਂਦੀ ਹੈ। ਸੋ ਇਸ ਲਈ ਵਿਗਿਆਨਕ ਦ੍ਰਿਸ਼ਟੀ ਦੇ ਨਾਲ ਵਿਗਿਆਨਕ ਢੰਗਾਂ ਰਾਹੀਂ ਦਿੱਤੀ ਗਈ ਸਿਖਲਾਈ ਆ ਜੋ ਖਿਡਾਰੀਆਂ ਵਿੱਚ ਨਿਪੁੰਨਤਾ ਲੈ ਕੇ ਆਉਂਦੀਆਂ ਨੇ, ਵਧੀਆ ਨਤੀਜੇ ਪ੍ਰਾਪਤ ਹੁੰਦੇ ਆ। ਵੱਖ-ਵੱਖ ਖੇਡਾਂ ਦੇ ਖੇਡ ਕੌਸ਼ਲਾਂ ਵਿੱਚ ਅੰਤਰ ਹੋਣ ਕਾਰਨ ਹਰੇਕ ਖੇਡ ਦੀ ਸਿਖਲਾਈ ਵਿਧੀ ਵੀ ਵੱਖਰੀ ਹੁੰਦੀ ਆ। ਜਿਵੇਂ ਅਸੀਂ ਕਿਸੇ ਨੂੰ ਟੇਬਲ ਟੈਨਿਸ ਦੀ ਟ੍ਰੇਨਿੰਗ ਦੇਣੀ ਹੋਵੇ ਤਾਂ ਉਸ ਨੂੰ ਸਿਖਲਾਈ ਦੇ ਤਰੀਕੇ ਵਿਗਿਆਨਕ ਹੋਰ ਤਰੀਕੇ ਹੋਣਗੇ, ਪਰ ਜੇਕਰ ਤੁਸੀਂ ਕਿਸੇ ਪਾਵਰ ਲਿਫਟਿੰਗ ਵਾਲੇ ਖਿਡਾਰੀ ਨੂੰ ਟ੍ਰੇਨਿੰਗ ਦੇਣੀ ਆ ਤਾਂ ਉਸ ਦੀ ਸਿਖਲਾਈ ਦੇ ਤਰੀਕੇ ਪਹਿਲਾਂ ਨਾਲੋਂ ਡਿਫਰੈਂਟ ਹੋ ਸਕਦੇ ਆ। ਅਗਲਾ ਪੁਆਇੰਟ ਆ ਬੇਟੇ ਸਾਡਾ ਆਰਾਮ ਦਾ ਸਿਧਾਂਤ। ਜਿਵੇਂ ਖੇਡਾਂ ਲਈ ਸਾਨੂੰ ਮੁਸ਼ੱਕਤ ਕਰਨੀ ਪੈਂਦੀ ਆ, ਲਗਾਤਾਰ ਨਿਰੰਤਰਤਾ ਦਾ ਸਿਧਾਂਤ ਆਪਾਂ ਪੜ੍ਹ ਕੇ ਹਟੇ ਹਾਂ, ਉਸੇ ਤਰ੍ਹਾਂ ਆਰਾਮ ਦਾ ਸਿਧਾਂਤ ਵੀ ਬਹੁਤ ਜ਼ਰੂਰੀ ਆ। ਸਿਖਲਾਈ ਦੇ ਦੌਰਾਨ ਅਤੇ ਸਿਖਲਾਈ ਤੋਂ ਬਾਅਦ ਖਿਡਾਰੀ ਨੂੰ ਉਚਿਤ ਆਰਾਮ ਕਰਨ ਦਾ ਸਮਾਂ ਮਿਲਣਾ ਚਾਹੀਦਾ। ਖਿਡਾਰੀ ਨੂੰ ਸਿਖਲਾਈ ਦੇ ਦੌਰਾਨ ਵਿਸ਼ੇਸ਼ ਤੌਰ 'ਤੇ ਜਦੋਂ ਵਾਧੂ ਭਾਰ ਦਿੱਤਾ ਜਾਂਦਾ ਤਾਂ ਉਦੋਂ ਆਰਾਮ ਦੇ ਸਮੇਂ ਦਾ ਖਾਸ ਧਿਆਨ ਰੱਖਣਾ ਚਾਹੀਦਾ, ਨਹੀਂ ਤਾਂ ਮਸਲਸ ਦੇ ਵਿੱਚ ਪਰਮਾਨੈਂਟ ਡਿਸਆਰਡਰ ਹੋ ਸਕਦੇ ਆ ਅਤੇ ਸੱਟਾਂ ਤੋਂ ਬਚ ਜਾ ਸਕਦੇ ਹਾਂ ਆਪਾਂ। ਖਿਡਾਰੀ ਨੂੰ ਥਕਾਵਟ ਦੂਰ ਕਰਨ ਲਈ ਅਤੇ ਅਗਲੇ ਅਭਿਆਸ ਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਆਰਾਮ ਦੀ ਲੋੜ ਹੈ। ਹੁਣ ਵਿੱਚੋਂ ਇਸ ਤੋਂ ਬਾਅਦ ਜੋ ਬਹੁਤ ਇੰਪੋਰਟੈਂਟ ਸਾਡੇ ਕੋਲ ਕੰਸੈਪਟ ਆ ਰਿਹਾ ਉਹ ਹੈ ਗਰਮਾਉਣਾ, ਵਾਰਮ ਅਪ। ਖੇਡ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਅਕਸਰ ਹੀ ਤੁਸੀਂ ਸੁਣਿਆ ਹੋਣਾ ਕਿ ਤੁਹਾਡੇ ਕੋਚ ਜੋ ਤੁਹਾਡੇ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ਨੇ ਉਹ ਤੁਹਾਨੂੰ ਕਹਿੰਦੇ ਆ ਕਿ ਪਹਿਲਾਂ ਵਾਰਮ ਅਪ ਹੋਵੋ। ਗਰਾਊਂਡ ਦਾ ਗੇੜਾ ਲਵਾ ਲਿਆ ਜਾਂਦਾ, ਇੱਕ ਜੋਗਿੰਗ ਦੇ ਤੌਰ ਦੇ ਵਿੱਚ ਜੰਪਿੰਗ ਕਰਾ ਲਈ ਜਾਂਦੀ ਆ। ਸੋ ਖੇਡਾਂ ਦੇ ਖੇਤਰ ਵਿੱਚ ਸਰੀਰ ਨੂੰ ਗਰਮਾਉਣਾ ਇੱਕ ਮਹੱਤਵਪੂਰਨ ਕਿਰਿਆ। ਖੇਡ ਮੁਕਾਬਲੇ ਜਾਂ ਖੇਡ ਅਭਿਆਸ ਤੋਂ ਪਹਿਲਾਂ ਹਲਕੀਆਂ ਕਸਰਤਾਂ ਨਾਲ ਸਰੀਰ ਨੂੰ ਗਰਮਾਇਆ ਜਾਂਦਾ। ਗਰਮਾਉਣ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਦਿਮਾਗ ਨੂੰ ਮੁਕਾਬਲੇ ਲਈ ਤਿਆਰ ਕਰਨਾ ਹੁੰਦਾ ਇਹਦਾ ਮਤਲਬ ਅਸਲ 'ਚ, ਤਾਂ ਕਿ ਖਿਡਾਰੀ ਤਿਆਰ ਹੋ ਜਾਵੇ। ਹੁਣ ਗਰਮਾਉਣ ਦੀਆਂ ਕਿਸਮਾਂ ਦੋ ਨੇ, ਇੱਕ ਤਾਂ ਇਹ ਦਿਮਾਗੀ ਤੌਰ ਦੇ ਉੱਤੇ ਗਰਮਾਉਣਾ, ਦੂਜਾ ਸਰੀਰਕ ਗਰਮਾਉਣਾ। ਦਿਮਾਗੀ ਤੌਰ 'ਤੇ ਤਿਆਰ ਕਰਨਾ ਮਤਲਬ ਮਨੋਵਿਗਿਆਨਕ ਗਰਮਾਉਣਾ। ਇਹ ਅੱਗੋਂ ਜਿਵੇਂ ਕਿ ਅਸੀਂ ਇਸ ਟੇਬਲ 'ਚ ਦੇਖ ਰਹੇ ਹਾਂ, ਮਨੋਵਿਗਿਆਨਕ ਗਰਮਾਉਣਾ ਅਤੇ ਸਰੀਰਕ ਗਰਮਾਉਣਾ। ਸਰੀਰਕ ਗਰਮਾਉਣ ਦੇ ਵੀ ਅੱਗੇ ਦੋ ਤਰੀਕੇ ਆ, ਨਿਸ਼ਕਿਰਿਆਸ਼ੀਲ ਅਤੇ ਕਿਰਿਆਸ਼ੀਲ ਗਰਮਾਉਣਾ। ਕਿਰਿਆਸ਼ੀਲ ਦੇ ਵਿੱਚ ਆਮ ਗਰਮਾਉਣਾ ਅਤੇ ਖਾਸ ਗਰਮਾਉਣਾ। ਇਹ ਅੱਗੇ ਜਨਰਲ ਵਾਰਮਿੰਗ ਅਤੇ ਸਪੈਸੀਫਿਕ ਵਾਰਮਿੰਗ ਅਪ। ਕਿਰਿਆਸ਼ੀਲ ਦਾ ਤਾਂ ਮਤਲਬ ਤੁਸੀਂ ਸਮਝਦੇ ਹੀ ਹੋਵੋਗੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਜੋਗਿੰਗ ਕਰਕੇ ਜਾਂ ਭੱਜ ਕੇ, ਥੋੜ੍ਹਾ ਬਹੁਤ ਜੰਪਿੰਗ ਕਰਕੇ। ਨਿਸ਼ਕਿਰਿਆਸ਼ੀਲ ਦੇ ਵਿੱਚ ਗਰਮਾਉਣ ਦਾ ਮਤਲਬ ਆ ਬਈ ਜੇਕਰ ਆਪਾਂ ਕੁਝ ਅਜਿਹੀਆਂ ਹਾਲਾਤਾਂ ਦੇ ਵਿੱਚ ਰਹਿ ਲਈਏ, ਸਰੀਰ ਨੂੰ ਭਾਫ ਦੇ ਲਈਏ, ਗਰਮ ਚਾਹ, ਗਰਮ ਕੌਫੀ ਪੀ ਲਈਏ, ਉਹਦੇ ਨਾਲ ਵੀ ਸਾਡਾ ਸਰੀਰ ਗਰਮ ਹੋ ਜਾਂਦਾ, ਉਹਨੂੰ ਨਿਸ਼ਕਿਰਿਆਸ਼ੀਲ ਗਰਮਾਉਣਾ ਕਹਿੰਦੇ ਆ। ਹੁਣ ਆਮ ਗਰਮਾਉਣਾ ਅਤੇ ਖਾਸ ਗਰਮਾਉਣ ਦਾ ਕੀ ਮਤਲਬ ਆ? ਆਮ ਗਰਮਾਉਣ ਦਾ ਮਤਲਬ ਇਹ ਆ ਕਿ ਅਸੀਂ ਕਿਸੇ ਵੀ ਖੇਡ ਵਾਸਤੇ ਸਲੋ ਕੋਈ ਐਕਸਰਸਾਈਜ਼ ਕਰਕੇ ਆਮ ਤਰੀਕੇ ਨਾਲ ਗਰਮੀ ਹਾਸਲ ਕਰ ਸਕਦੇ ਹਾਂ, ਸਰੀਰ ਨੂੰ ਨਿੱਘਾ ਕਰ ਸਕਦੇ ਹਾਂ। ਖਾਸ ਗਰਮਾਉਣਾ ਦਾ ਮਤਲਬ ਇਹ ਆ ਵੀ ਕਿਸੇ ਖਾਸ ਖੇਡ ਵਾਸਤੇ, ਜਿਵੇਂ ਭਾਰ ਚੁੱਕਣ ਵਾਲੀਆਂ ਖੇਡਾਂ, ਪਾਵਰ ਲਿਫਟਿੰਗ, ਵੇਟ ਲਿਫਟਿੰਗ, ਸਕੁਐਟ, ਉਹਨਾਂ ਖੇਡਾਂ ਵਾਸਤੇ ਖਾਸ ਮਸਲਜ਼ ਨੂੰ ਅਲੱਗ ਤਰ੍ਹਾਂ ਤਰੀਕਿਆਂ ਦੇ ਨਾਲ ਗਰਮਾਉਣਾ ਪੈਂਦਾ। ਤਾਂ ਉਹ ਸਾਰੇ ਕੇਸ ਆ ਜਿਹੜੇ ਸਾਡੇ ਕੋਲ ਉਹ ਖਾਸ ਗਰਮਾਉਣ ਦੇ ਵਿੱਚ
ਆ ਜਾਂਦੇ ਆ। ਆਪਾਂ ਇਹਨਾਂ ਨੂੰ ਹੁਣ ਡਿਟੇਲ ਦੇ ਵਿੱਚ ਪੜ੍ਹਾਂਗੇ ਅੱਗੇ। ਪਹਿਲਾਂ ਮਨੋਵਿਗਿਆਨਕ ਗਰਮਾਉਣਾ। ਇਸ ਤੋਂ ਭਾਵ ਆ ਖਿਡਾਰੀ ਨੂੰ ਮਾਨਸਿਕ ਤੌਰ 'ਤੇ ਖੇਡ ਮੁਕਾਬਲੇ ਲਈ ਤਿਆਰ ਕਰਨਾ। ਖੇਡ ਮੁਕਾਬਲੇ ਤੋਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਆ। ਮੁਕਾਬਲੇ ਵਿੱਚ ਭਾਗ ਲੈਣ ਤੱਕ ਚੱਲਦੀ ਆ। ਇਸ ਵਿੱਚ ਕੋਚ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਖਿਡਾਰੀਆਂ ਨੂੰ ਮੁਕਾਬਲੇ ਵਿੱਚ ਚੰਗੇ ਪ੍ਰਦਰਸ਼ਨ ਲਈ ਉਤਸ਼ਾਹਿਤ ਕੀਤਾ ਜਾਂਦਾ। ਕਿਹੜੇ ਤਰੀਕੇ? ਪ੍ਰੇਰਿਤ ਕਰਨਾ ਪੈਂਦਾ। ਕੋਚ ਅਜਿਹੀਆਂ ਗੱਲਾਂ ਨਾਲ ਖਿਡਾਰੀਆਂ ਨਾਲ ਕਰਦੇ ਆ ਜਿਹਦੇ ਨਾਲ ਖਿਡਾਰੀ ਉਤਸ਼ਾਹਿਤ ਹੋ ਜਾਣ। ਉਹਨਾਂ ਦੀਆਂ ਯੋਗਤਾਵਾਂ ਬਾਰੇ ਪੋਜ਼ੀਟਿਵ ਦੱਸਦੇ ਆ ਵੀ ਤੁਸੀਂ ਆਹ ਕਰ ਸਕਦੇ ਹੋ, ਤੁਸੀਂ ਆਹ ਕਰ ਸਕਦੇ ਹੋ। ਵਿਰੋਧੀਆਂ ਦੀਆਂ ਕਮੀਆਂ ਦੱਸਦੇ ਆ ਕਿ ਵਿਰੋਧੀ ਕਿਹੜੇ ਪੱਖ ਤੋਂ ਕਮਜ਼ੋਰ ਆ। ਤੁਹਾਡੀਆਂ ਪਿਛਲੀਆਂ ਜਿੱਤਾਂ ਦਾ ਰਿਕਾਰਡ ਤੁਹਾਨੂੰ ਦੱਸਦੇ ਆ ਵੀ ਤੂੰ ਤਾਂ ਆਹ ਵੀ ਕਰਤਾ ਸੀ, ਤੂੰ ਆਹ ਵੀ ਕਰਤਾ ਸੀ, ਇਹ ਤੇਰੇ ਵਾਸਤੇ ਕਿਹੜੀ ਵੱਡੀ ਗੱਲ ਆ। ਇਸ ਤਰੀਕੇ ਨਾਲ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਅਤੇ ਮਨੋਵਿਗਿਆਨਕ ਤੌਰ ਦੇ ਉੱਤੇ ਖਿਡਾਰੀਆਂ ਨੂੰ ਚੰਗੀ ਤਰ੍ਹਾਂ ਤਿਆਰ ਕਰ ਲਿਆ ਜਾਂਦਾ ਤਾਂ ਕਿ ਉਹ ਜਿੱਤ ਲਈ ਆਪਣਾ ਸਾਰਾ ਸਰੀਰ ਦੀ ਤਾਕਤ ਝੋਕ ਦੇਣ। ਇਸ ਤੋਂ ਬਾਅਦ ਆਉਂਦੀ ਹੈ ਸਰੀਰਕ ਗਰਮਾਉਣਾ। ਸਰੀਰਕ ਗਰਮੀ ਦੀ ਲੋੜ ਪੈਂਦੀ ਆ। ਹਲਕੀਆਂ ਕਸਰਤਾਂ ਰਾਹੀਂ ਸਰੀਰ ਦੇ ਤਾਪਮਾਨ ਵਿੱਚ ਵਾਧਾ ਕਰਨ ਨੂੰ ਸਰੀਰਕ ਗਰਮਾਉਣਾ ਕਿਹਾ ਜਾਂਦਾ। ਇਹਦੇ ਨਾਲ ਹੁੰਦਾ ਕੀ ਆ? ਸਾਡੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਆ, ਲਹੂ ਦਾ ਗੇੜ ਤੇਜ਼ ਹੋ ਜਾਂਦਾ। ਉਹਦੇ ਨਾਲ ਮਾਸਪੇਸ਼ੀਆਂ ਨੂੰ ਆਕਸੀਜਨ ਦੀ ਸਪਲਾਈ ਦੇ ਵਿੱਚ ਵਾਧਾ ਹੋ ਜਾਂਦਾ। ਇਸ ਪ੍ਰਕਿਰਿਆ ਨਾਲ ਖਿਡਾਰੀ ਪੂਰੀ ਤਰ੍ਹਾਂ ਮੁਕਾਬਲੇ ਲਈ ਤਿਆਰ ਹੋ ਜਾਂਦਾ। ਤਾਂ ਦੋ ਤਰੀਕਿਆਂ ਨਾਲ ਇਹਨੂੰ ਪੂਰਾ ਕੀਤਾ ਜਾਂਦਾ। ਇੱਕ ਤਾਂ ਕਿਰਿਆਸ਼ੀਲ ਗਰਮਾਉਣਾ, ਜਿਵੇਂ ਆਪਾਂ ਹੁਣੇ ਕਹਿ ਕੇ ਹਟੇ ਹਾਂ, 10 ਮਿੰਟ ਤੋਂ ਲੈ ਕੇ 30 ਮਿੰਟ ਤੱਕ ਦੀਆਂ ਕਸਰਤਾਂ ਸਰੀਰ ਨੂੰ ਗਰਮ ਕਰ ਸਕਦੀਆਂ। ਇਸ ਤੋਂ ਬਾਅਦ ਆਉਂਦਾ ਸਾਡੇ ਕੋਲ ਵੀ ਇਹ ਆਮ ਗਰਮਾਉਣਾ ਕੀ ਆ। ਜੰਪਿੰਗ ਹੋ ਗਈ, ਬਾਹਾਂ ਦੀਆਂ ਕਸਰਤਾਂ, ਲੱਤਾਂ ਦੀਆਂ ਕਸਰਤਾਂ, ਲੱਕ ਦੀਆਂ, ਸਾਰੀਆਂ ਹਰ ਤਰ੍ਹਾਂ ਦੀਆਂ ਖੇਡਾਂ ਵਾਸਤੇ ਕੰਮ ਆ ਜਾਂਦੀ। ਖਾਸ ਗਰਮਾਉਣ ਵਿੱਚ ਵਿਸ਼ੇਸ਼ ਕਸਰਤਾਂ ਨਾਲ ਸਰੀਰ ਨੂੰ ਗਰਮ ਕੀਤਾ ਜਾਂਦਾ। ਜਿਨ੍ਹਾਂ ਅੰਗਾਂ ਦੀ ਖੇਡ ਵਿੱਚ ਅਹਿਮ ਭੂਮਿਕਾ ਹੁੰਦੀ ਆ ਉਹਨਾਂ ਅੰਗਾਂ ਦੇ ਉੱਤੇ ਜ਼ਿਆਦਾ ਸਟਰੈਸ ਦਿੱਤਾ ਜਾਂਦਾ। ਨਿਸ਼ਕਿਰਿਆਸ਼ੀਲ ਗਰਮਾਉਣ ਤੋਂ ਭਾਵ ਜਿਵੇਂ ਭਾਰ ਚੁੱਕਣ, ਕੁਸ਼ਤੀ, ਜੂਡੋ, ਕਬੱਡੀ ਖੇਡ ਵਿੱਚ ਜ਼ਿਆਦਾ ਕੀਤੀ ਜਾਂਦੀ ਆ। ਜਿਹੜੇ ਖਿਡਾਰੀ ਇਸ ਤਰੀਕੇ ਨਾਲ ਗਰਮੀ ਹਾਸਲ ਕਰਦੇ ਆ ਉਹ ਕਹਿੰਦੇ ਆ ਬਈ ਜੇਕਰ ਕਸਰਤਾਂ ਕਰਦੇ ਆ ਤਾਂ ਸਰੀਰ ਦੀ ਤਾਕਤ ਘੱਟ ਜਾਂਦੀ ਆ ਅਤੇ ਪ੍ਰਦਰਸ਼ਨ ਪ੍ਰਭਾਵਿਤ ਹੁੰਦਾ। ਸੋ ਇਸ ਕਰਕੇ ਧੁੱਪ 'ਚ ਬਹਿ ਜਾਂਦੇ ਆ, ਚਾਹ ਕੌਫੀ ਪੀ ਲੈਂਦੇ ਆ, ਮਾਲਿਸ਼ ਕਰਾ ਲੈਂਦੇ ਆ, ਭਾਫ ਦਾ ਇਸ਼ਨਾਨ ਕਰਕੇ। ਸੋ ਖੇਡ ਮਾਹਰਾਂ ਦਾ ਮੰਨਣਾ ਕਿ ਨਿਸ਼ਕਿਰਿਆਸ਼ੀਲ ਗਰਮਾਉਣ ਨਾਲ ਸਰੀਰਕ ਮਾਸਪੇਸ਼ੀਆਂ ਪੂਰੀ ਤਰ੍ਹਾਂ ਮੁਕਾਬਲੇ 'ਚ ਤਿਆਰ ਨਹੀਂ ਹੁੰਦੀਆਂ। ਸੋ ਇਸ ਲਈ ਅਸੀਂ ਇਹ ਦੇਖਣਾ ਕਿ ਸਾਡੇ ਖੇਡ ਮਾਹਰ ਕੀ ਕਹਿੰਦੇ ਨੇ। ਸੋ ਖੇਡ ਮਾਹਰ ਨੇ ਜਿਹੜੇ, ਉਹਨਾਂ ਦੀ ਜੋ ਸਲਾਹ ਹੈ ਉਹਦੇ ਨਾਲ ਹੀ ਅਸੀਂ ਸਰੀਰ ਨੂੰ ਗਰਮਾਉਣ ਦੀਆਂ ਜੋ ਸਾਡੀਆਂ ਕੰਮ ਨੇ ਉਹ ਕਰਾਂਗੇ। ਹੁਣ ਕਿਹੜੇ ਸਿਧਾਂਤ ਸਰੀਰ ਨੂੰ ਗਰਮਾਉਣ ਦੇ ਉੱਤੇ ਲੱਗਦੇ ਆ? ਗਰਮਾਉਣ ਨਾਲ ਖਿਡਾਰੀਆਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਹੋ ਜਾਂਦਾ ਤਾਂ ਕਿ ਉਹ ਅੱਗੇ ਤੋਂ ਜ਼ਿਆਦਾ ਆਮ ਹਾਲਾਤਾਂ ਤੋਂ ਜ਼ਿਆਦਾ ਉਤੇਜਿਤ ਹੋ ਜਾਂਦੇ ਆ। ਕਿਹੜੀਆਂ ਗੱਲਾਂ ਧਿਆਨ ਰੱਖਾਂਗੇ? ਸਹੀ ਸਮੇਂ ਗਰਮਾਉਣਾ। ਜੇਕਰ ਅਸੀਂ ਸਹੀ ਸਮੇਂ ਸਰੀਰ ਨੂੰ ਵਾਰਮ ਅਪ ਕਰ ਲਵਾਂਗੇ ਤਾਂ ਉਹਦੇ ਨਾਲ ਸਹੀ ਸਮੇਂ 'ਤੇ ਹੀ ਉਸ ਗਰਮੀ ਦਾ ਫਾਇਦਾ ਲੈ ਸਕਦੇ ਹਾਂ। ਕੀ ਹੁੰਦਾ ਸਹੀ ਸਮਾਂ? ਖੇਡ ਮੁਕਾਬਲਾ ਸ਼ੁਰੂ ਹੋਣ ਤੋਂ 20 ਤੋਂ 40 ਮਿੰਟ ਪਹਿਲਾਂ, ਲਗਭਗ 20 ਤੋਂ 40 ਮਿੰਟ ਪਹਿਲਾਂ ਸਰੀਰ ਨੂੰ ਗਰਮ ਕਰਨਾ ਚਾਹੀਦਾ। ਸੌਖੇ ਤੋਂ ਔਖੇ ਵਾਲੇ ਪਾਸੇ ਨੂੰ ਜਾਣਾ। ਪਹਿਲਾਂ ਹਲਕੀਆਂ ਕਸਰਤਾਂ, ਜਿਵੇਂ ਸਰੀਰ ਦਾ ਤਾਪਮਾਨ ਫਿਰ ਵੱਧਦਾ ਜਾਂਦਾ ਉਵੇਂ ਉਹਨਾਂ ਨੂੰ ਹਾਰਡ ਕਸਰਤਾਂ ਦਾ ਭਾਰ ਵਧਾ ਦੇਣਾ ਚਾਹੀਦਾ। ਸਰੀਰ ਦੇ ਸਾਰੇ ਅੰਗਾਂ ਦੀਆਂ ਕਸਰਤਾਂ, ਅਜਿਹੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਜਿਸ ਵਿੱਚ ਸਰੀਰ ਦੇ ਸਾਰੇ ਜੋ ਅੰਗ ਨੇ ਉਹ ਸ਼ਾਮਿਲ ਹੋ ਜਾਣ। ਆਮ ਗਰਮਾਉਣ ਦੀ ਸਹਾਇਤਾ ਨਾਲ ਖਿਡਾਰੀ ਨੂੰ ਆਪਣੇ ਪੂਰੇ ਸਰੀਰ ਨੂੰ ਗਰਮ ਕਰਨਾ ਚਾਹੀਦਾ। ਹੁਣ ਅਗਲੀ ਗੱਲ ਆ ਗਈ ਵੀ ਮੌਸਮ ਦਾ ਵੀ ਧਿਆਨ ਰੱਖਣਾ ਚਾਹੀਦਾ। ਮੌਸਮ ਦੇ ਅਨੁਸਾਰ ਹੀ ਸਾਨੂੰ ਗਰਮਾਉਣ ਦੀਆਂ ਕਸਰਤਾਂ ਨੇ ਜੋ ਉਹ ਕਰਨੀਆਂ ਚਾਹੀਦੀਆਂ ਨੇ। ਗਰਮੀਆਂ ਦੇ ਮੌਸਮ ਦੇ ਵਿੱਚ ਥੋੜ੍ਹੇ ਸਮੇਂ ਵਿੱਚ ਹੀ ਸਰੀਰ ਗਰਮ ਹੋ ਜਾਏਗਾ, ਪਰ ਜਦੋਂ ਕਿ ਸਰਦੀਆਂ ਦੇ ਵਿੱਚ ਵੱਧ ਕਸਰਤ ਕਰਨ ਦੀ ਲੋੜ ਪੈਂਦੀ ਹੈ। ਅਗਲਾ ਪੁਆਇੰਟ ਆ ਬੇਟੇ, ਮੁਕਾਬਲੇ ਦੀ ਤੀਬਰਤਾ ਅਨੁਸਾਰ ਮੁਕਾਬਲਾ ਕਿੰਨੀ ਕੁ ਜਲਦੀ ਆਉਣ ਵਾਲਾ ਉਹਦੇ ਹਿਸਾਬ ਨਾਲ ਗਰਮਾਉਣਾ। ਹੁਣ ਜੇਕਰ 100 ਮੀਟਰ ਦੀ ਦੌੜ ਲਈ ਗਰਮਾਉਣਾ ਹੈ ਅਤੇ 10,000 ਮੀਟਰ ਦੀ ਵਾਸਤੇ ਅਲੱਗ ਸਹਿਣਸ਼ੀਲਤਾ ਦੀ ਲੋੜ ਆ, 100 ਮੀਟਰ ਵਾਸਤੇ ਅਲੱਗ ਸਹਿਣਸ਼ੀਲਤਾ ਦੀ ਲੋੜ ਹੁੰਦੀ ਆ। ਸਿਹਤ, ਉਮਰ ਅਤੇ ਲਿੰਗ ਅਨੁਸਾਰ ਸਰੀਰ ਨੂੰ ਗਰਮਾਉਣਾ ਚਾਹੀਦਾ। ਸਮਰੱਥਾ ਦਾ ਪੱਧਰ ਹਰੇਕ ਖਿਡਾਰੀ ਦਾ ਅਲੱਗ ਹੁੰਦਾ। ਤਕੜੇ ਅਤੇ ਕਮਜ਼ੋਰ ਖਿਡਾਰੀਆਂ ਦੇ ਗਰਮਾਉਣ ਵਿੱਚ ਅੰਤਰ ਹੋਣਾ ਚਾਹੀਦਾ। ਸੋ ਅਗਲਾ ਪੁਆਇੰਟ ਆ ਸਾਡਾ, ਜਿਵੇਂ ਗਰਮ ਕਰਨਾ ਸਰੀਰ ਨੂੰ ਇੰਪੋਰਟੈਂਟ ਆ ਖੇਡ ਤੋਂ ਪਹਿਲਾਂ,
ਉਵੇਂ ਜਿਵੇਂ ਖੇਡ ਤੋਂ ਬਾਅਦ ਸਰੀਰ ਨੂੰ ਠੰਡਾ ਕਰਨਾ ਵੀ ਇੰਪੋਰਟੈਂਟ ਆ। ਖੇਡ ਦੇ ਸਮੇਂ ਖਿਡਾਰੀ ਦੇ ਸਰੀਰ ਦਾ ਤਾਪਮਾਨ ਤਾਂ ਬਹੁਤ ਜ਼ਿਆਦਾ ਵੱਧ ਜਾਂਦਾ, ਲਹੂ ਗੇੜ ਪ੍ਰਣਾਲੀ ਵੀ ਤੇਜ਼ ਹੋ ਜਾਂਦੀ ਆ, ਸਾਹ ਕਿਰਿਆ ਵੀ ਤੇਜ਼ ਹੁੰਦੀ ਆ, ਮਾਸਪੇਸ਼ੀ ਪ੍ਰਣਾਲੀ ਬੜੀ ਤੇਜ਼ੀ ਨਾਲ ਕੰਮ ਕਰਦੀ ਆ। ਪਰ ਠੰਡਾ ਕਰਨ ਦੀ ਕਿਰਿਆ ਨਾਲ ਸਰੀਰ ਦੇ ਤਾਪਮਾਨ ਅਤੇ ਕਾਰਜ ਪ੍ਰਣਾਲੀਆਂ ਨੂੰ ਸਹੀ ਢੰਗ ਨਾਲ ਸਧਾਰਨ ਅਵਸਥਾ ਵਿੱਚ ਲਿਆਂਦਾ ਜਾ ਸਕਦਾ। ਖੇਡ ਖਤਮ ਹੋਣ ਤੋਂ ਤੁਰੰਤ ਬਾਅਦ ਖਿਡਾਰੀ ਨੂੰ ਟਰੈਕ ਸੂਟ ਪਾ ਲੈਣਾ ਚਾਹੀਦਾ ਹੈ ਤਾਂ ਕਿ ਗਰਮ ਹੋਏ ਸਰੀਰ ਨੂੰ ਠੰਡੀ ਹਵਾ ਨਾ ਲੱਗ ਜੇ। ਇਸ ਤੋਂ ਬਾਅਦ ਖਿਡਾਰੀ ਨੂੰ ਬਹੁਤ ਹਲਕੇ ਰਫ਼ਤਾਰ ਨਾਲ ਦੌੜਦੇ ਹੋਏ, ਜਿਹਨੂੰ ਅਸੀਂ ਜੋਗਿੰਗ ਕਹਿ ਦਿੰਦੇ ਹਾਂ, ਖੇਡ ਮੈਦਾਨ ਦੇ ਚੱਕਰ ਲਾ ਲੈਣੇ ਚਾਹੀਦੇ ਆ। ਹਲਕੀਆਂ ਕਸਰਤਾਂ ਨਾਲ ਮਾਸਪੇਸ਼ੀਆਂ ਨੂੰ ਖਿੱਚਣਾ ਚਾਹੀਦਾ। ਇਸ ਨਾਲ ਖਿਡਾਰੀਆਂ ਦਾ ਸਰੀਰਕ ਤਾਪਮਾਨ ਘਟਣਾ ਸ਼ੁਰੂ ਹੋ ਜਾਂਦਾ। ਠੰਡਾ ਕਰਨ ਦੀ ਜੋ ਪ੍ਰਕਿਰਿਆ ਹੈ, ਇਸ ਨੂੰ 5 ਤੋਂ 10-15 ਮਿੰਟ ਤੱਕ ਦਾ ਸਮਾਂ ਲੱਗਦਾ। ਇਸ ਦੇ ਨਾਲ ਸਰੀਰ ਦੀ ਥਕਾਵਟ ਵੀ ਘਟ ਜਾਂਦੀ ਹੈ ਅਤੇ ਉਹ ਆਰਾਮ ਵੀ ਮਹਿਸੂਸ ਕਰਦਾ। ਹੁਣ ਠੰਡਾ ਕਰਨ ਦੇ ਸਰੀਰ ਉੱਤੇ ਕਿਹੜੇ ਪ੍ਰਭਾਵ ਪੈਂਦੇ ਆ? ਸਭ ਤੋਂ ਪਹਿਲਾਂ ਤਾਂ ਇਹ ਤਾਪਮਾਨ ਸਾਡਾ ਨੋਰਮਲ ਹੋ ਜਾਂਦਾ, ਨੋਰਮਲਾਈਜੇਸ਼ਨ ਆਫ ਦੀ ਟੈਂਪਰੇਚਰ ਹੋ ਜਾਂਦਾ। ਹਲਕੀਆਂ ਕਸਰਤਾਂ ਕਰਨ, ਜੇਕਰ ਅਸੀਂ ਇੱਕਦਮ ਸਾਡੇ ਸਰੀਰ ਦਾ ਤਾਪਮਾਨ ਥੱਲੇ ਆਉਂਦਾ ਤਾਂ ਸਰੀਰ ਕੀ ਹੋ ਸਕਦਾ ਜੀ? ਗਰਮ ਸਰਦ ਹੋ ਸਕਦਾ ਅਤੇ ਬਿਮਾਰ ਹੋ ਸਕਦੇ ਹਾਂ। ਸਰੀਰਕ ਪ੍ਰਣਾਲੀਆਂ ਦਾ ਸਧਾਰਨ ਹੋਣਾ। ਖੇਡ ਦੇ ਸਮੇਂ ਖਿਡਾਰੀਆਂ ਦੀਆਂ ਸਰੀਰਕ ਪ੍ਰਣਾਲੀਆਂ ਬਹੁਤ ਤੇਜ਼ੀ ਨਾਲ ਕੰਮ ਕਰਦੀਆਂ। ਜਿਵੇਂ ਆਮ ਦਿਲ ਦੀ ਧੜਕਣ ਤਾਂ 72 ਪ੍ਰਤੀ ਮਿੰਟ ਹੁੰਦੀ ਹੈ, ਪਰ ਜਦੋਂ ਖੇਡਦੇ ਆ ਉਦੋਂ ਇਹ 160 ਤੋਂ 170 ਪ੍ਰਤੀ ਮਿੰਟ ਤੱਕ ਪਹੁੰਚ ਜਾਂਦੀ ਹੈ ਅਤੇ ਸਾਹ ਕਿਰਿਆ ਵੀ ਸਾਡੀ ਬਹੁਤ ਤੇਜ਼ ਹੋ ਜਾਂਦੀ ਹੈ। ਹੌਲੀ ਹੌਲੀ ਸਧਾਰਨ ਅਵਸਥਾ ਦੇ ਵਿੱਚ ਆਉਂਦੇ ਆ ਜੇ ਆਪਾਂ ਠੰਡਾ ਕਰਨ ਦੀ ਪ੍ਰਕਿਰਿਆ ਅਪਣਾਈਏ ਤਾਂ ਇਸ ਨਾਲ ਅਸੀਂ ਆਰਾਮ ਮਹਿਸੂਸ ਕਰ ਸਕਦੇ ਹਾਂ। ਥਕਾਵਟ ਨੂੰ ਛੇਤੀ ਦੂਰ ਹੋ ਜਾਂਦੀ ਹੈ ਸਾਡੀ। ਜਦੋਂ ਖਿਡਾਰੀ ਤੇਜ਼ੀ ਨਾਲ ਖੇਡ ਰਿਹਾ ਹੁੰਦਾ ਤਾਂ ਊਰਜਾ ਦੀ ਖਪਤ ਤੋਂ ਬਾਅਦ ਸਰੀਰ ਵਿੱਚ ਕਈ ਤਰ੍ਹਾਂ ਦੇ ਵਾਧੂ ਪਦਾਰਥ ਬਣਦੇ ਆ। ਇਹਨਾਂ ਵਾਧੂ ਪਦਾਰਥਾਂ ਵਿੱਚ ਮਾਸਪੇਸ਼ੀਆਂ ਵਿੱਚ ਬਣਨ ਵਾਲਾ ਲੈਕਟਿਕ ਐਸਿਡ ਮੁੱਖ ਆ। ਖੇਡਣ ਤੋਂ ਬਾਅਦ ਹਲਕੀਆਂ ਕਸਰਤਾਂ ਕਰਕੇ ਲੈਕਟਿਕ ਐਸਿਡ ਨੂੰ ਇੱਕ ਥਾਂ 'ਤੇ ਇਕੱਠਾ ਹੋਣ ਤੋਂ ਰੋਕਿਆ ਜਾ ਸਕਦਾ। ਜੇਕਰ ਖਿਡਾਰੀ ਸਰੀਰ ਨੂੰ ਠੰਡਾ ਨਹੀਂ ਕਰਦਾ ਤਾਂ ਇਹ ਲੈਕਟਿਕ ਐਸਿਡ ਸਰੀਰ ਦੀਆਂ ਵੱਡੀਆਂ ਮਾਸਪੇਸ਼ੀਆਂ ਵਿੱਚ ਇਕੱਠਾ ਹੋ ਕੇ ਉਹਨਾਂ ਨੂੰ ਜਕੜ ਲੈਂਦਾ। ਲੈਕਟਿਕ ਐਸਿਡ ਦੇ ਜੰਮਣ ਨਾਲ ਮਾਸਪੇਸ਼ੀਆਂ ਵਿੱਚ ਦਰਦ ਹੋਣ ਲੱਗ ਜਾਂਦਾ। ਮਾਸਪੇਸ਼ੀਆਂ ਦਾ ਇਹ ਦਰਦ ਕਈ ਦਿਨਾਂ ਤੱਕ ਰਹਿ ਸਕਦਾ, ਜਿਸ ਨਾਲ ਖਿਡਾਰੀ ਨੂੰ ਮੁਸ਼ਕਲਾਂ ਪੇਸ਼ ਆ ਸਕਦੀਆਂ। ਅਗਲਾ ਹੈ ਜੀ, ਸਰੀਰਕ ਅਤੇ ਮਾਨਸਿਕ ਤਣਾਅ ਤੋਂ ਮੁਕਤੀ ਮਿਲਦੀ ਹੈ। ਠੰਡਾ ਕਰਨ ਨਾਲ ਖਿਡਾਰੀ ਦੀ ਸਰੀਰਕ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਉਹ ਹਲਕਾ ਮਹਿਸੂਸ ਕਰਦਾ। ਸਰੀਰਕ ਪ੍ਰਣਾਲੀਆਂ ਦੇ ਸਧਾਰਨ ਅਵਸਥਾ ਵਿੱਚ ਆਉਣ ਨਾਲ ਖਿਡਾਰੀ ਦੇ ਦਿਮਾਗ ਅਤੇ ਬਾਕੀ ਸਰੀਰਕ ਅੰਗਾਂ ਨੂੰ ਸਹੀ ਮਾਤਰਾ ਵਿੱਚ ਆਕਸੀਜਨ ਮਿਲਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਉਸ ਦਾ ਮਾਨਸਿਕ ਤਣਾਅ ਦੂਰ ਹੋ ਜਾਂਦਾ ਅਤੇ ਅਗਲੀਆਂ ਖੇਡਾਂ ਖੇਡਣ ਲਈ ਉਸ ਦਾ ਜੋ ਸਰੀਰ ਹੈ ਉਹ ਦੋਨੇ ਪੱਖਾਂ ਤੋਂ ਦਿਮਾਗੀ ਤੌਰ 'ਤੇ ਵੀ ਬਿਲਕੁਲ ਤਿਆਰ ਹੋ ਜਾਂਦਾ। ਅੰਤਰਾਲ ਸਿਖਲਾਈ ਵਿਧੀ। ਅੰਤਰਾਲ ਦਾ ਮਤਲਬ ਆ ਬ੍ਰੇਕ ਪਾਉਣੀ। ਖੇਡਾਂ ਦੇ ਖੇਤਰ ਵਿੱਚ ਸਹਿਣਸ਼ੀਲਤਾ ਦਾ ਅਹਿਮ ਯੋਗਦਾਨ ਹੁੰਦਾ। ਸਹਿਣਸ਼ੀਲਤਾ ਦਾ ਮਤਲਬ ਆ ਇੱਕ ਖਾਸ ਤਰ੍ਹਾਂ ਦੇ ਤਣਾਅ ਨੂੰ ਕਿੰਨੀ ਦੇਰ ਤੱਕ ਆਪਣਾ ਸਰੀਰ ਆ ਜਿਹੜਾ ਝੱਲ ਸਕਦਾ। ਸਹਿਣਸ਼ੀਲਤਾ ਨੂੰ ਵਧਾਉਣ ਲਈ ਅੰਤਰਾਲ ਸਿਖਲਾਈ ਵਿਧੀ ਸਭ ਤੋਂ ਵਧੀਆ। ਬੱਚਿਓ, ਤੁਸੀਂ ਆਮ ਤੌਰ 'ਤੇ ਸਹਿਣਸ਼ੀਲਤਾ ਨੂੰ ਸਟੈਮਿਨਾ ਕਹਿੰਦੇ ਹੋ। ਅੰਤਰਾਲ ਤੋਂ ਭਾਵ ਕੀਤੇ ਜਾਣ ਵਾਲੇ 2 ਕੰਮਾਂ ਵਿਚਲੀ ਸੀਮਾ ਹੈ। ਇਸ ਪ੍ਰਕਾਰ ਅੰਤਰਾਲ ਸਿਖਲਾਈ ਵਿਧੀ ਵਿੱਚ ਕੀਤੀ ਜਾ ਰਹੀ ਟ੍ਰੇਨਿੰਗ ਦੇ ਵਿਚਕਾਰ ਦਿੱਤੇ ਜਾਣ ਵਾਲੇ ਅੰਤਰਾਲ ਦੇ ਸਿਧਾਂਤ ਉੱਪਰ ਨਿਰਧਾਰਿਤ ਹੈ। ਖਾਸ ਤੌਰ 'ਤੇ ਲੰਮੀ ਦੂਰੀ ਦੀਆਂ ਦੌੜਾਂ, ਲੰਮੇ ਸਮੇਂ ਤੱਕ ਚੱਲਣ ਵਾਲੀਆਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਲਈ ਇੱਕ ਸਿਖਲਾਈ ਬਹੁਤ ਜ਼ਿਆਦਾ ਲਾਹੇਵੰਦ ਹੁੰਦੀ ਹੈ। ਫਿਨਲੈਂਡ ਦੇ ਕੋਚ ਬਿਕਲਾ ਅਤੇ ਲੰਮੀ ਦੂਰੀ ਦੇ ਦੌੜਾਕ ਜੈਟੋ ਪੈਕ ਨੇ ਇਸ ਸਿਖਲਾਈ ਦੀ ਵਰਤੋਂ ਕਰਦੇ ਹੋਏ ਸਿੱਧ ਕੀਤਾ ਕਿ ਲਗਾਤਾਰ ਘੰਟਿਆਂ ਬੱਧੀ ਅਭਿਆਸ ਕਰਨ ਦੀ ਬਜਾਏ ਜੇਕਰ ਅਭਿਆਸ ਨੂੰ ਥੋੜ੍ਹੇ ਹਿੱਸਿਆਂ ਵਿੱਚ ਵੰਡ ਕੇ ਵਾਰ-ਵਾਰ ਦੁਹਰਾਇਆ ਜਾਵੇ ਤਾਂ ਖਿਡਾਰੀ ਦੀ ਜੋ ਸਹਿਣਸ਼ੀਲਤਾ ਉੱਪਰ ਸਾਰਥਿਕ ਪ੍ਰਭਾਵ ਪਵੇਗਾ, ਸਟੈਮਿਨਾ ਇਨਕਰੀਜ਼ ਹੋ ਜਾਏਗਾ। ਇਹ ਸਿਖਲਾਈ ਇਸ ਸਿਧਾਂਤ ਉੱਤੇ ਆਧਾਰਿਤ ਹੈ ਕਿ ਲਗਾਤਾਰ 10 ਕਿਲੋਮੀਟਰ ਦੌੜਨ ਨਾਲੋਂ ਜੇਕਰ ਛੋਟੇ ਅੰਤਰਾਲ ਨਾਲ 400 ਮੀਟਰ ਦੇ 25 ਚੱਕਰ ਲਾ ਲਏ ਜਾਣ ਤਾਂ ਡਿਸਟੈਂਸ ਤਾਂ ਬੇਟੇ ਉਨਾ ਹੀ ਬਣ ਗਿਆ। 400 ਮੀਟਰ ਦੇ 25 ਚੱਕਰ ਲਾ ਕੇ ਵੀ 10 ਕਿਲੋਮੀਟਰ ਹੀ ਬਣ ਗਿਆ। ਪਰ ਯੋਗਤਾ ਕਿਵੇਂ ਜ਼ਿਆਦਾ ਸੁਧਾਰ ਕੀਤਾ ਜਾ ਸਕਦਾ? 400 ਮੀਟਰ ਦੇ 25 ਚੱਕਰ ਲਾ ਕੇ। ਅੰਤਰਾਲ ਸਿਖਲਾਈ ਵਿਧੀ ਭਾਰ ਅਤੇ ਮੁੜ ਪ੍ਰਾਪਤੀ ਦੇ ਸਿਧਾਂਤ ਉੱਪਰ ਕੰਮ ਕਰਦੀ ਹੈ। ਭਾਵ ਅਸੀਂ ਇੱਕ ਵਾਰੀ ਸਰੀਰ 'ਤੇ ਭਾਰ ਪਾਉਂਦੇ ਹਾਂ, ਉਸ ਤੋਂ ਬਾਅਦ ਮੁੜ ਪ੍ਰਾਪਤੀ ਮਤਲਬ ਅੰਤਰਾਲ ਦੇ ਕੇ ਗੈਪ ਪਾ ਕੇ ਦੁਬਾਰੇ ਫੇਰ ਭਾਰ ਦਿੰਦੇ ਹਾਂ, ਫਿਰ ਗੈਪ ਪਾ ਕੇ ਫੇਰ ਭਾਰ ਦਿੰਦੇ ਹਾਂ, ਤਾਂ ਇਹਨੂੰ ਅਸੀਂ ਅੰਤਰਾਲ ਸਿਖਲਾਈ ਵਿਧੀ ਕਹਿੰਦੇ ਹਾਂ।
ਇਸ ਸਿਖਲਾਈ ਵਿੱਚ ਦੌੜ ਦੇ ਨਾਲ ਆਰਾਮ ਦੀ ਸਥਿਤੀ ਵੀ ਆਉਂਦੀ ਹੈ, ਪਰ ਇਹ ਆਰਾਮ ਪੂਰਾ ਨਹੀਂ ਹੁੰਦਾ, ਅਧੂਰਾ ਹੁੰਦਾ। ਜ਼ਿਆਦਾਤਰ ਇਹ ਸਿਖਲਾਈ ਟਰੈਕ ਵਿੱਚ ਕੀਤੀ ਜਾਂਦੀ ਹੈ। ਟਰੈਕ ਦਾ ਇੱਕ ਚੱਕਰ ਪੂਰੀ ਗਤੀ ਨਾਲ ਨਿਸ਼ਚਿਤ ਸਮੇਂ ਵਿੱਚ ਲਗਾਇਆ ਜਾਂਦਾ ਤਾਂ ਕਿ ਖਿਡਾਰੀ ਦੇ ਦਿਲ ਦੀ ਧੜਕਣ ਆ ਜੋ 160 ਤੋਂ 180 ਪ੍ਰਤੀ ਮਿੰਟ ਪਹੁੰਚ ਜਾਵੇ। ਇਸ ਤੋਂ ਬਾਅਦ ਖਿਡਾਰੀ ਨੂੰ ਆਰਾਮ ਨਾਲ ਹੌਲੀ ਹੌਲੀ ਜੋਗਿੰਗ ਕਰਨ ਲਈ ਕਿਹਾ ਜਾਂਦਾ। ਜਦੋਂ ਖਿਡਾਰੀ ਦੇ ਦਿਲ ਦੀ ਧੜਕਣ 120 ਤੋਂ 130 ਤੱਕ ਆ ਜਾਂਦੀ ਹੈ ਤਾਂ ਉਹਨੂੰ ਫਿਰ ਪੂਰੀ ਗਤੀ ਨਾਲ ਅਗਲਾ ਚੱਕਰ ਲਾਉਣ ਲਈ ਕਿਹਾ ਜਾਂਦਾ। ਇਸ ਪ੍ਰਕਾਰ ਇਸ ਪ੍ਰਕਿਰਿਆ ਨੂੰ ਪਹਿਲਾਂ ਤੋਂ ਹੀ ਕੋਚ ਵੱਲੋਂ ਨਿਰਧਾਰਤ ਕੀਤੇ ਗਏ ਚੱਕਰ ਵਾਰ-ਵਾਰ ਦੁਹਰਾਇਆ ਜਾਂਦਾ। ਇਸ ਸਿਖਲਾਈ ਰਾਹੀਂ ਖਿਡਾਰੀ ਦੌੜ ਨੂੰ ਰੋਕ ਕੇ ਆਰਾਮ ਨਹੀਂ ਕਰਦਾ, ਬਲਕਿ ਜੋਗਿੰਗ ਕਰਦੇ ਹੋਏ ਆਰਾਮ ਕਰਦਾ। ਖਿਡਾਰੀ ਪੂਰੀ ਸਿਖਲਾਈ ਦੌਰਾਨ ਪੂਰਾ ਆਰਾਮ ਨਹੀਂ ਕਰ ਸਕਦਾ ਅਤੇ ਥਕਾਵਟ ਦੀ ਹਾਲਤ ਵਿੱਚ ਹੀ ਉਸ ਨੂੰ ਅਗਲਾ ਭਾਰ ਦਿੱਤਾ ਜਾਂਦਾ। ਤੋ ਇੱਦਾਂ ਵਾਰ-ਵਾਰ ਕਰਨ ਦੇ ਨਾਲ ਕੀ ਹੁੰਦਾ, ਫੇਫੜਿਆਂ ਉੱਪਰ ਭਾਰ ਪੈਂਦਾ, ਜਿਹਦੇ ਨਾਲ ਕਾਰਡੀਓਵੈਸਕੂਲਰ ਯੋਗਤਾ ਵਿੱਚ ਵਾਧਾ ਹੁੰਦਾ। ਭਾਵ ਸਾਡਾ ਜੋ ਦਿਲ ਹੈ ਉਸ ਦੀ ਕਾਰਜਕੁਸ਼ਲਤਾ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਂਦਾ। ਆਕਸੀਜਨ ਦੀ ਕਮੀ ਦੀ ਹਾਲਾਤ ਦੇ ਵਿੱਚ ਖਿਡਾਰੀ ਆਪਣੀ ਮਿਹਨਤ ਨੂੰ ਜਾਰੀ ਰੱਖਦਾ ਅਤੇ ਇਹਦੇ ਨਾਲ ਉਹਦੀ ਐਰੋਬਿਕ ਯੋਗਤਾ ਵੱਧ ਜਾਂਦੀ ਆ। ਖਿਡਾਰੀ ਦੀ ਉਮਰ, ਲਿੰਗ ਅਤੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਚੱਕਰ ਦੀ ਦੂਰੀ ਅਤੇ ਤੀਬਰਤਾ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ। ਅੰਤਰਾਲ ਸਿਖਲਾਈ ਵਿਧੀ ਅੱਗੋਂ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਪਹਿਲਾ ਤਾਂ ਹੈ ਗਹਿਣ ਵਿਧੀ। ਅੰਤਰਾਲ ਸਿਖਲਾਈ ਦੇ ਇਸ ਤਰੀਕੇ ਵਿੱਚ ਦੌੜ ਦੀ ਦੂਰੀ ਘੱਟ ਰੱਖੀ ਜਾਂਦੀ ਹੈ, ਪਰ ਦੌੜ ਦਾ ਵੇਗ ਬੜੀ ਤੇਜ਼ ਹੁੰਦਾ, ਜਿਹਨੂੰ ਆਪਾਂ ਸਪ੍ਰਿੰਟ ਕਹਿ ਦਿੰਦੇ ਹਾਂ। ਇਸ ਵਿੱਚ ਖਿਡਾਰੀ ਆਪਣੀ ਯੋਗਤਾ ਦਾ 80 ਤੋਂ 100% ਤੱਕ ਜ਼ੋਰ ਲਾਉਂਦਾ ਹੋਇਆ, ਭਾਵ ਆਪਣੀ ਪੂਰੀ ਗਤੀ ਨਾਲ ਕੰਮ ਕਰਦਾ ਅਤੇ ਦਿਲ ਦੀ ਧੜਕਣ 170 ਤੋਂ 200 ਪ੍ਰਤੀ ਮਿੰਟ ਤੱਕ ਪਹੁੰਚ ਜਾਂਦੀ ਹੈ। ਦੂਜਾ ਹੈ ਵਿਸਥਾਰ ਵਿਧੀ। ਇਸ ਵਿੱਚ ਖਿਡਾਰੀ ਆਪਣੀ 60% ਤੋਂ 80% ਤੱਕ ਗਤੀ ਨਾਲ ਕੰਮ ਕਰਦਾ ਹੋਇਆ ਦੌੜ ਲਾਉਂਦਾ। ਇਸ ਦੌੜ ਵਿੱਚ ਦੂਰੀ ਵੱਧ ਹੁੰਦੀ ਹੈ, ਜਦ ਕਿ ਵੇਗ ਮੱਧ ਦਰਜੇ ਦਾ ਹੁੰਦਾ। ਇਸ ਸਿਖਲਾਈ ਦੌਰਾਨ ਦਿਲ ਦੀ ਧੜਕਣ 140 ਤੋਂ 180 ਪ੍ਰਤੀ ਮਿੰਟ ਰਹਿੰਦੀ ਹੈ। ਹੁਣ ਇਸ ਵਿਧੀ ਦੇ ਲਾਭ ਕੀ ਨੇ? ਸਭ ਤੋਂ ਪਹਿਲੀ ਗੱਲ, ਇਸ ਸਿਖਲਾਈ ਦੀ ਸਹਾਇਤਾ ਨਾਲ ਥੋੜ੍ਹੇ ਸਮੇਂ ਵਿੱਚ ਹੀ ਸਹਿਣਸ਼ੀਲਤਾ ਨੂੰ ਵਧਾਇਆ ਜਾ ਸਕਦਾ। ਇਸ ਵਿਧੀ ਨਾਲ ਖਿਡਾਰੀ ਖੇਡਣ ਤੋਂ ਬਾਅਦ ਛੇਤੀ ਆਰਾਮ ਦੀ ਸਥਿਤੀ ਵਿੱਚ ਆ ਜਾਂਦਾ। ਦਿਲ ਦੇ ਕੰਮ ਕਰਨ ਦੀ ਯੋਗਤਾ ਵਿੱਚ ਸੁਧਾਰ ਹੁੰਦਾ। ਖਿਡਾਰੀ ਆਪਣੀ ਪ੍ਰਗਤੀ ਦਾ ਖੁਦ ਅੰਦਾਜ਼ਾ ਲਾ ਸਕਦਾ। ਕੋਚ ਦੁਆਰਾ ਪੂਰੀ ਸਿਖਲਾਈ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ। ਕੰਮ ਦੇ ਭਾਰ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ। ਇਸ ਤੋਂ ਅਗਲੀ ਵਿਧੀ ਜੋ ਸਾਡੀ ਆਉਂਦੀ ਹੈ, ਚੱਕਰ ਸਿਖਲਾਈ ਵਿਧੀ। ਇਸ ਸਿਖਲਾਈ ਵਿਧੀ ਦੀ ਸ਼ੁਰੂਆਤ ਲੀਡਜ਼ ਯੂਨੀਵਰਸਿਟੀ, R.E. ਮੋਰਗਨ ਅਤੇ G.T. ਐਡਮਸਨ ਦੇ ਦੁਆਰਾ ਕੀਤੀ ਗਈ। ਚੱਕਰ ਸਿਖਲਾਈ ਵਿਧੀ ਸਿਖਲਾਈ ਦਾ ਬਹੁਤ ਹੀ ਮਹੱਤਵਪੂਰਨ ਤਰੀਕਾ। ਇਸ ਵਿੱਚ ਇੱਕ ਚੱਕਰ ਵਿੱਚ ਤਰਤੀਬਵਾਰ ਅਤੇ ਵਿਗਿਆਨਕ ਢੰਗ ਨਾਲ ਉਲੀਕੀਆਂ ਗਈਆਂ ਕਸਰਤਾਂ ਕੀਤੀਆਂ ਜਾਂਦੀਆਂ। ਖਿਡਾਰੀ ਦੀ ਯੋਗਤਾ ਅਤੇ ਪੱਧਰ ਦੇ ਅਨੁਸਾਰ ਇੱਕ ਚੱਕਰ ਵਿੱਚ 6 ਤੋਂ 10 ਕਸਰਤਾਂ ਹੋ ਸਕਦੀਆਂ ਅਤੇ ਇਸ ਦੇ ਉਲੀਕੇ ਗਏ ਚੱਕਰ ਨੂੰ ਕਈ ਵਾਰ ਦੁਹਰਾਇਆ ਜਾਂਦਾ। ਆਮ ਤੌਰ 'ਤੇ ਇੱਕ ਸਮੇਂ ਇੱਕ ਚੱਕਰ ਨੂੰ 3 ਤੋਂ 4 ਵਾਰ ਕੀਤਾ ਜਾਂਦਾ, ਪਰ ਹਰੇਕ ਚੱਕਰ ਤੋਂ ਬਾਅਦ ਖਿਡਾਰੀ ਨੂੰ ਆਰਾਮ ਦੇਣਾ ਜ਼ਰੂਰੀ ਹੁੰਦਾ। ਚੱਕਰ ਸਿਖਲਾਈ ਵਿਧੀ ਖਿਡਾਰੀ ਦੀ ਤਕਨੀਕੀ ਤਿਆਰੀ ਵਿੱਚ ਬਹੁਤ ਅਹਿਮ ਯੋਗਦਾਨ ਅਦਾ ਕਰਦੀ ਹੈ। ਚੱਕਰ ਸਿਖਲਾਈ ਵਿਧੀ ਨੂੰ ਖਿਡਾਰੀ ਦੀ ਸਰੀਰਕ ਯੋਗਤਾ ਨੂੰ ਸੁਧਾਰਨ ਲਈ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ, ਪਰ ਕੁਝ ਖੇਡ ਵਿਗਿਆਨੀਆਂ ਅਤੇ ਕੋਚ ਦਾ ਮੰਨਣਾ ਹੈ ਕਿ ਸਰੀਰਕ ਯੋਗਤਾ ਦੇ ਬਾਕੀ ਅੰਗਾਂ ਨਾਲੋਂ ਚੱਕਰ ਸਿਖਲਾਈ ਤਾਕਤ ਅਤੇ ਸਹਿਣਸ਼ੀਲਤਾ ਨੂੰ ਸੁਧਾਰਨ ਲਈ ਜ਼ਿਆਦਾ ਲਾਹੇਵੰਦ ਹੁੰਦੀ ਹੈ। ਇੱਕ ਸਧਾਰਨ ਚੱਕਰ ਵਿੱਚ 6 ਤੋਂ 10 ਤੱਕ ਕਸਰਤਾਂ ਨਿਰਧਾਰਤ ਕੀਤੀਆਂ ਜਾਂਦੀਆਂ। ਹਰੇਕ ਕਸਰਤ ਦੂਜੀ ਕਸਰਤ ਤੋਂ ਅਲੱਗ ਹੋਣੀ ਚਾਹੀਦੀ ਹੈ। ਇਹ ਕਸਰਤਾਂ ਇਸ ਤਰੀਕੇ ਨਾਲ ਉਲੀਕਣੀਆਂ ਚਾਹੀਦੀਆਂ ਕਿ ਮਾਸਪੇਸ਼ੀਆਂ ਦੇ ਹਰੇਕ ਵਰਗ ਦੀ ਕਸਰਤ ਹੋ ਸਕੇ। ਚੱਕਰ ਸਿਖਲਾਈ ਦੀ ਵਿਧੀ ਨੂੰ ਅਨੁਕੂਲਣ ਦੀਆਂ 3 ਵਿਧੀਆਂ, ਲਗਾਤਾਰ ਵਿਧੀ, ਅੰਤਰਾਲ ਵਿਧੀ ਜਾਂ ਦੁਹਰਾਈ ਵਿਧੀ ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ, ਪਰ ਆਮ ਤੌਰ 'ਤੇ ਚੱਕਰ ਸਿਖਲਾਈ ਵਿੱਚ ਲਗਾਤਾਰ ਵਿਧੀ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ। ਇਸ ਵਿਧੀ ਵਿੱਚ ਕੋਚ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਕਸਰਤਾਂ ਨੂੰ ਬਿਨਾਂ ਕਿਸੇ ਆਰਾਮ ਤੋਂ ਪੂਰੀਆਂ ਕੀਤਾ ਜਾਂਦਾ। ਲਗਾਤਾਰ ਵਿਧੀ ਵਿੱਚ ਕਸਰਤ ਪੂਰੀ ਹੋਣ ਉਪਰੰਤ ਹੀ ਆਰਾਮ ਦਿੱਤਾ ਜਾਂਦਾ। ਅੰਤਰਾਲ ਵਿਧੀ ਵਿੱਚ ਸਿਖਲਾਈ ਦੀ ਤੀਬਰਤਾ ਵਧੇਰੇ ਹੁੰਦੀ ਹੈ ਅਤੇ ਕਸਰਤਾਂ ਨੂੰ ਤੇਜ਼ੀ ਗਤੀ ਨਾਲ ਕੀਤਾ ਜਾਂਦਾ। ਇੱਕ ਚੱਕਰ ਪੂਰਾ ਹੋਣ ਉਪਰੰਤ ਅਧੂਰਾ ਆਰਾਮ ਦਿੱਤਾ ਜਾਂਦਾ ਹੈ। ਖਿਡਾਰੀ ਨੂੰ ਦੁਬਾਰਾ ਕਸਰਤਾਂ ਕਰਨ ਲਈ ਕਿਹਾ ਜਾਂਦਾ ਹੈ। ਬੱਚੇ, ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਚੱਕਰ ਸਿਖਲਾਈ ਵਿਧੀ ਦੀਆਂ ਸਾਰੀਆਂ ਪੋਜੀਸ਼ਨਸ ਇਸ ਚੱਕਰ ਦੇ ਵਿੱਚ ਦਿਖਾਈਆਂ ਗਈਆਂ ਨੇ। ਦੇਖੋ,
ਸੋ ਇਸ ਤਰ੍ਹਾਂ ਅਸੀਂ ਚੱਕਰ ਵਿਧੀ ਦੀ ਸਹਾਇਤਾ ਦੇ ਨਾਲ ਤਿਆਰੀ ਕਰ ਸਕਦੇ ਹਾਂ। ਲਾਭ ਕੀ ਨੇ? ਥੋੜ੍ਹੀ ਥਾਂ ਵਿੱਚ ਹੀ ਕੀਤੀ ਜਾ ਸਕਦੀ ਹੈ। ਸਾਨੂੰ ਗਰਾਊਂਡ 'ਚ ਜਾ ਕੇ ਵੀ ਥੋੜ੍ਹੀ ਜਗ੍ਹਾ ਘੇਰ ਕੇ ਅਸੀਂ ਇਹ ਕੰਮ ਕਰ ਸਕਦੇ ਹਾਂ। ਇਹ ਸਿਖਲਾਈ ਕਿਸੇ ਵੀ ਮੌਸਮ ਵਿੱਚ ਕੀਤੀ ਜਾ ਸਕਦੀ ਹੈ। ਕਈ ਖਿਡਾਰੀ ਇੱਕੋ ਸਮੇਂ ਇਕੱਠੇ ਅਭਿਆਸ ਕਰ ਸਕਦੇ ਆ। ਕੋਚ ਆਪਣੀ ਨਿਗਰਾਨੀ ਵਿੱਚ ਹਰੇਕ ਖਿਡਾਰੀ ਨੂੰ ਸਿਖਲਾਈ ਦੇ ਸਕਦਾ ਅਤੇ ਮੌਕੇ 'ਤੇ ਖਿਡਾਰੀ ਵੱਲੋਂ ਕੀਤੀ ਗਲਤੀ ਨੂੰ ਵੀ ਸੁਧਾਰ ਸਕਦਾ। ਇਹ ਸਿਖਲਾਈ ਉਪਕਰਨਾਂ ਨਾਲ ਅਤੇ ਬਿਨਾਂ ਉਪਕਰਨਾਂ ਤੋਂ ਵੀ ਕੀਤੀ ਜਾ ਸਕਦੀ ਹੈ। ਖਿਡਾਰੀ ਦੀ ਯੋਗਤਾ ਅਨੁਸਾਰ ਕਸਰਤ ਦੇ ਭਾਰ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਸੋ ਬੱਚਿਓ, ਇਹ ਤਾਂ ਹੋ ਗਿਆ ਤੁਹਾਡਾ ਪਾਠ, ਅਤੇ ਹੁਣ ਅਸੀਂ ਆਉਂਦੇ ਹਾਂ ਅਭਿਆਸ ਦੇ ਇਹਨਾਂ ਪ੍ਰਸ਼ਨਾਂ ਦੇ ਉੱਤੇ। ਤੁਸੀਂ ਇੱਕ ਵਾਰੀ ਇਹਨਾਂ ਦੇ ਉੱਤੇ ਨਿਗਾਹ ਮਾਰ ਸਕਦੇ ਹੋ। ਅਤੇ ਹੁਣ ਅਸੀਂ 9 ਨੰਬਰ ਪ੍ਰਸ਼ਨ ਤੱਕ ਦੀਆਂ ਸਲਾਈਡਾਂ ਬਣਾਈਆਂ ਨੇ, ਪਰ ਜੋ ਵੱਡੇ ਪ੍ਰਸ਼ਨਾਂ ਦੇ ਉੱਤਰ ਹੈ ਇਸ ਨੂੰ ਨਿਸ਼ਾਨੀਆਂ ਲਵਾਈਆਂ ਜਾਣਗੀਆਂ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਗਰਮਾਉਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਉੱਤਰ, ਗਰਮਾਉਣ ਦੀਆਂ 2 ਕਿਸਮਾਂ ਹੁੰਦੀਆਂ ਹਨ, ਮਨੋਵਿਗਿਆਨਕ ਗਰਮਾਉਣਾ ਅਤੇ ਸਰੀਰਕ ਗਰਮਾਉਣਾ। ਦੂਸਰਾ ਪ੍ਰਸ਼ਨ ਹੈ, ਅੰਤਰਾਲ ਸਿਖਲਾਈ ਵਿਧੀ ਦਾ ਕੋਈ ਇੱਕ ਲਾਭ ਦੱਸੋ। ਇਸ ਵਿਧੀ ਰਾਹੀਂ ਥੋੜ੍ਹੇ ਸਮੇਂ ਵਿੱਚ ਹੀ ਸਹਿਣਸ਼ੀਲਤਾ ਨੂੰ ਵਧਾਇਆ ਜਾ ਸਕਦਾ ਹੈ। ਅਗਲਾ ਪ੍ਰਸ਼ਨ, ਖੇਡਾਂ ਵਿੱਚ ਸਿਖਲਾਈ ਜਾਂ ਟ੍ਰੇਨਿੰਗ ਸ਼ਬਦ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ? ਉੱਤਰ, ਖੇਡਾਂ ਵਿੱਚ ਸਿਖਲਾਈ ਜਾਂ ਟ੍ਰੇਨਿੰਗ ਸ਼ਬਦ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਹੈ। ਚੌਥਾ ਪ੍ਰਸ਼ਨ, ਖੇਡ ਸਿਖਲਾਈ ਦਾ ਅਰਥ ਦੱਸੋ। ਉੱਤਰ, ਖੇਡ ਸਿਖਲਾਈ ਤੋਂ ਭਾਵ ਖਿਡਾਰੀ ਨੂੰ ਉੱਚ ਪੱਧਰ ਦੀ ਸਿਖਲਾਈ ਦੇਣ ਤੋਂ ਹੈ। ਇਹ ਪ੍ਰਕਿਰਿਆ ਕੁਝ ਦਿਨਾਂ, ਮਹੀਨਿਆਂ ਜਾਂ ਸਾਲਾਂ ਦੀ ਹੋ ਸਕਦੀ ਹੈ। ਕੇਵਲ ਕਸਰਤਾਂ ਜਾਂ ਅਭਿਆਸ ਨਾਲ ਖਿਡਾਰੀ ਦੇ ਪ੍ਰਦਰਸ਼ਨ ਨੂੰ ਵਧੀਆ ਨਹੀਂ ਬਣਾਇਆ ਜਾ ਸਕਦਾ, ਸਗੋਂ ਖਿਡਾਰੀ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਲਈ ਬਹੁਤ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ। ਪੰਜਵਾਂ ਪ੍ਰਸ਼ਨ, ਖੇਡ ਸਿਖਲਾਈ ਦਾ ਕੋਈ ਇੱਕ ਉਦੇਸ਼ ਲਿਖੋ। ਸੋ ਉਦੇਸ਼ 4-5 ਨੇ, ਤੁਸੀਂ ਆਪਣੀ ਬੁੱਕ ਤੋਂ ਕੋਈ ਵੀ ਲਿਖ ਸਕਦੇ ਹੋ, ਪਰ ਆਪਾਂ ਲਿਖਣਾ ਲੱਗੇ ਹਾਂ ਸਮੁੱਚੀ ਸ਼ਖਸੀਅਤ ਦਾ ਵਿਕਾਸ। ਆਮ ਤੌਰ 'ਤੇ ਸਰੀਰਕ ਪੱਖੋਂ ਫੁਰਤੀਲਾ ਅਤੇ ਖੇਡ ਕੌਸ਼ਲਾਂ ਵਿੱਚ ਮਾਹਰ ਹੋਣ ਨੂੰ ਹੀ ਖਿਡਾਰੀ ਦੀ ਸਫਲਤਾ ਦਾ ਆਧਾਰ ਮੰਨਿਆ ਜਾਂਦਾ ਹੈ, ਪਰ ਖੇਡਾਂ ਦੇ ਖੇਤਰ ਵਿੱਚ ਬੁਲੰਦੀਆਂ ਛੂਹਣ ਲਈ ਖਿਡਾਰੀ ਦੀ ਸਮੁੱਚੀ ਸ਼ਖਸੀਅਤ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ। ਖਿਡਾਰੀ ਦੀ ਕਾਮਯਾਬੀ ਉਸ ਦੇ ਦਿਮਾਗੀ ਵਿਕਾਸ ਅਤੇ ਉਸ ਦੀਆਂ ਆਦਤਾਂ ਉੱਪਰ ਵੀ ਨਿਰਭਰ ਕਰਦੀ ਹੈ। ਖਿਡਾਰੀ ਦੀ ਖੇਡ ਰੁਚੀ, ਖੇਡ ਮਨੋਰਥ, ਰਵੱਈਆ ਆਦਿ ਕਈ ਪੱਖ ਹਨ ਜੋ ਖਿਡਾਰੀ ਦੀ ਸਫਲਤਾ ਨੂੰ ਨਿਸ਼ਚਿਤ ਕਰਦੇ ਹਨ। ਇਸ ਤੋਂ ਇਲਾਵਾ ਖਿਡਾਰੀ ਦਾ ਆਪਣੀਆਂ ਭਾਵਨਾਵਾਂ ਉੱਪਰ ਕੰਟਰੋਲ, ਇਮਾਨਦਾਰੀ, ਮਿਹਨਤ, ਨਿਰੰਤਰਤਾ ਆਦਿ ਕਈ ਪਹਿਲੂ ਹਨ ਜੋ ਖਿਡਾਰੀ ਦੀ ਤਰੱਕੀ ਵਿੱਚ ਸਹਾਈ ਹੁੰਦੇ ਹਨ। 6ਵਾਂ ਪ੍ਰਸ਼ਨ ਆ ਬੇਟੇ, ਸਰੀਰਕ ਬਣਤਰ ਬਾਰੇ ਤੁਸੀਂ ਕੀ ਜਾਣਦੇ ਹੋ। ਕਿਸੇ ਵੀ ਖੇਡ ਵਿੱਚ ਖਿਡਾਰੀ ਦੀ ਤਰੱਕੀ ਉਸ ਦੀ ਸਰੀਰਕ ਬਣਤਰ ਉੱਪਰ ਨਿਰਭਰ ਕਰਦੀ ਹੈ, ਪਰ ਖੇਡ ਸਿਖਲਾਈ ਨਾਲ ਸਰੀਰਕ ਬਣਤਰ ਵਿੱਚ ਜ਼ਿਆਦਾ ਤਬਦੀਲੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਖਿਡਾਰੀ ਦੀ ਸਰੀਰਕ ਬਣਤਰ ਉਸ ਦੇ ਵੰਸ਼ਕ ਗੁਣਾਂ ਉੱਪਰ ਨਿਰਭਰ ਕਰਦੀ ਹੈ ਜਿਹੜੇ ਉਹਨੂੰ ਉਹਦੇ ਆਪਣੇ ਮਾਤਾ ਪਿਤਾ ਤੋਂ ਮਿਲਦੇ ਨੇ। ਪਰ ਫਿਰ ਵੀ ਖਿਡਾਰੀ ਦੇ ਸਰੀਰਕ ਢਾਂਚੇ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਕੇ ਉਸ ਦੀ ਯੋਗਤਾ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਕੁਦਰਤੀ ਤੌਰ 'ਤੇ ਵਧੀਆ ਸਰੀਰਕ ਬਣਤਰ ਵਾਲੇ ਖਿਡਾਰੀਆਂ ਨੂੰ ਸਿਖਲਾਈ ਦੌਰਾਨ ਵਧੇਰੇ ਲਾਭ ਹੁੰਦਾ ਹੈ। 7ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਸੇ ਇੱਕ 'ਤੇ ਨੋਟ ਲਿਖਣਾ। ਸਰੀਰਕ ਯੋਗਤਾ, ਤਕਨੀਕੀ ਮੁਹਾਰਤ, ਤਕਨੀਕੀ ਕੁਸ਼ਲਤਾ, ਸਮੁੱਚੀ ਸ਼ਖਸੀਅਤ ਦਾ ਵਿਕਾਸ। ਸੋ ਤੁਸੀਂ ਕਿਸੇ ਵੀ ਪੁਆਇੰਟ ਦੇ ਉੱਤੇ ਪੈਰਾ ਲਿਖ ਸਕਦੇ ਹੋ। ਤਾਂ ਆਪਾਂ ਇੱਥੇ ਤਕਨੀਕੀ ਮੁਹਾਰਤ ਦੇ ਉੱਤੇ ਤੁਹਾਨੂੰ ਉੱਤਰ ਲਿਖ ਕੇ ਦੱਸ ਰਹੇ ਹਾਂ। ਹਰੇਕ ਖੇਡ ਵਿੱਚ ਕਈ ਤਰ੍ਹਾਂ ਦੀਆਂ ਚਾਲਕ ਕਿਰਿਆਵਾਂ ਸ਼ਾਮਲ ਹੁੰਦੀਆਂ। ਖਿਡਾਰੀ ਦਾ ਪ੍ਰਦਰਸ਼ਨ ਇਸ ਗੱਲ ਉੱਪਰ ਨਿਰਭਰ ਕਰਦਾ ਹੈ ਕਿ ਖਿਡਾਰੀ ਇਹਨਾਂ ਕਿਰਿਆਵਾਂ ਨੂੰ ਕਿੰਨੇ ਵਧੀਆ ਤਰੀਕੇ ਨਾਲ ਪੂਰਾ ਕਰਦਾ ਹੈ। ਅੱਜ ਖੇਡਾਂ ਵਿੱਚ ਖਿਡਾਰੀਆਂ ਦੀ ਤਕਨੀਕ ਸਿਖਲਾਈ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਤਾਂ ਕਿ ਖਿਡਾਰੀ ਖੇਡ ਕਿਰਿਆਵਾਂ ਵਿੱਚ ਮੁਹਾਰਤ ਹਾਸਲ ਕਰ ਸਕੇ। ਤਕਨੀਕੀ ਅਭਿਆਸ ਨਾਲ ਖਿਡਾਰੀ ਮੁਸ਼ਕਿਲ ਖੇਡ ਕੌਸ਼ਲਾਂ ਨੂੰ ਆਸਾਨੀ ਨਾਲ ਕਰਨ ਦੇ ਸਮਰੱਥ ਹੋ ਜਾਂਦਾ ਹੈ। 8ਵਾਂ ਪ੍ਰਸ਼ਨ, ਗਰਮਾਉਣਾ ਕੀ ਹੈ। ਮਨੋਵਿਗਿਆਨਕ ਗਰਮਾਉਣ ਅਤੇ ਸਰੀਰਕ ਗਰਮਾਉਣ ਵਿੱਚ ਕੀ ਅੰਤਰ ਹੈ। ਸਭ ਤੋਂ ਪਹਿਲਾਂ ਅਸੀਂ ਉਹਦਾ ਪਰਿਭਾਸ਼ਾ ਦੇਵਾਂਗੇ। ਗਰਮਾਉਣਾ ਕੀ ਹੈ। ਖੇਡ ਅਭਿਆਸ ਤੋਂ ਪਹਿਲਾਂ ਹਲਕੀਆਂ ਕਸਰਤਾਂ ਰਾਹੀਂ ਸਰੀਰ ਨੂੰ ਗਰਮਾਇਆ ਜਾਂਦਾ ਹੈ। ਇਸ ਕਿਰਿਆ ਨੂੰ ਗਰਮਾਉਣਾ ਕਹਿੰਦੇ ਆ। ਹੁਣ ਇਹ 2 ਤਰ੍ਹਾਂ ਦਾ ਹੁੰਦਾ।
ਮਨੋਵਿਗਿਆਨਕ ਗਰਮਾਉਣਾ ਅਤੇ ਸਰੀਰਕ ਗਰਮਾਉਣਾ। ਮਨੋਵਿਗਿਆਨਕ ਗਰਮਾਉਣ ਤੋਂ ਭਾਵ ਖਿਡਾਰੀ ਨੂੰ ਮਾਨਸਿਕ ਤੌਰ 'ਤੇ ਖੇਡ ਮੁਕਾਬਲੇ ਲਈ ਤਿਆਰ ਕਰਨਾ ਹੈ। ਕੋਚ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਖਿਡਾਰੀਆਂ ਨੂੰ ਮੁਕਾਬਲੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਵੇਂ ਖਿਡਾਰੀਆਂ ਨੂੰ ਉਹਨਾਂ ਦੀਆਂ ਯੋਗਤਾਵਾਂ ਬਾਰੇ ਉਤਸ਼ਾਹਿਤ ਕਰਨਾ, ਦੂਸਰੇ ਵਿਰੋਧੀ ਖਿਡਾਰੀਆਂ ਦੀਆਂ ਕਮੀਆਂ ਬਾਰੇ ਦੱਸਣਾ, ਪਿਛਲੀਆਂ ਜਿੱਤਾਂ ਦਾ ਰਿਕਾਰਡ ਦੱਸਣਾ। ਦੂਸਰਾ ਪੁਆਇੰਟ, ਸਰੀਰਕ ਗਰਮਾਉਣਾ। ਸਰੀਰਕ ਕਸਰਤਾਂ ਨਾਲ ਸਰੀਰ ਨੂੰ ਗਰਮਾਇਆ ਜਾਂਦਾ ਹੈ। ਹਲਕੀਆਂ ਕਸਰਤਾਂ ਰਾਹੀਂ ਸਰੀਰ ਦੇ ਤਾਪਮਾਨ ਵਿੱਚ ਵਾਧਾ ਕੀਤਾ ਜਾਂਦਾ ਹੈ। ਇਹ ਅੱਗੋਂ ਦੋ ਪ੍ਰਕਾਰ ਦੇ ਹੁੰਦੇ ਆ, ਕਿਰਿਆਸ਼ੀਲ ਗਰਮਾਉਣਾ ਅਤੇ ਨਿਸ਼ਕਿਰਿਆਸ਼ੀਲ ਗਰਮਾਉਣਾ। 9ਵਾਂ ਪ੍ਰਸ਼ਨ, ਇਕਸਾਰਤਾ ਅਤੇ ਵਖਰੇਵੇਂ ਦਾ ਸਿਧਾਂਤ ਬਾਰੇ ਲਿਖੋ। ਇਕਸਾਰਤਾ ਦਾ ਸਿਧਾਂਤ। ਖੇਡ ਸਿਖਲਾਈ ਦੇ ਸਾਰਥਿਕ ਨਤੀਜੇ ਪ੍ਰਾਪਤ ਕਰਨ ਲਈ ਸਿਖਲਾਈ ਵਿੱਚ ਇਕਸਾਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਸਿਖਲਾਈ ਦਾ ਉਦੇਸ਼ ਸਾਰੇ ਖਿਡਾਰੀਆਂ ਲਈ ਇੱਕੋ ਹੀ ਹੋਣਾ ਚਾਹੀਦਾ। ਸਾਰੇ ਖਿਡਾਰੀਆਂ ਨੂੰ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਆ। ਵਖਰੇਵੇਂ ਦਾ ਸਿਧਾਂਤ ਕੀ ਹੈ? ਇੱਕ ਕੋਚ ਕੋਲ ਸਿਖਲਾਈ ਪ੍ਰਾਪਤ ਕਰ ਰਹੇ ਖਿਡਾਰੀਆਂ ਵਿੱਚ ਉਮਰ, ਲਿੰਗ ਅਤੇ ਸਮਰੱਥਾ ਆਦਿ ਦਾ ਅੰਤਰ ਹੋਣਾ ਸੁਭਾਵਿਕ ਹੈ। ਇਸ ਲਈ ਖਿਡਾਰੀਆਂ ਦੇ ਵਿਅਕਤੀਗਤ ਅੰਤਰ ਨੂੰ ਮੁੱਖ ਰੱਖਦੇ ਹੋਏ ਸਿਖਲਾਈ ਦੇ ਤਰੀਕਿਆਂ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ, ਤਾਂ ਕਿ ਘੱਟ ਸਮਰੱਥਾ ਵਾਲਾ ਖਿਡਾਰੀ ਵਾਧੂ ਬੋਝ ਤੋਂ ਬਚ ਸਕੇ। ਆਓ ਹੁਣ 5 ਅੰਕਾਂ ਵਾਲੇ ਪ੍ਰਸ਼ਨ ਦੇ ਉੱਤਰਾਂ ਦੀਆਂ ਨਿਸ਼ਾਨੀਆਂ ਲਗਾਈਏ। ਪ੍ਰਸ਼ਨ 10ਵਾਂ ਹੈ, ਚੱਕਰ ਸਿਖਲਾਈ ਵਿਧੀ ਕੀ ਹੈ? ਇਸ ਦੇ ਲਾਭ ਵੀ ਲਿਖੋ। ਚੱਕਰ ਸਿਖਲਾਈ ਵਿਧੀ ਦਾ ਉੱਤਰ ਹੈ, ਇੱਥੋਂ ਤੋਂ ਸਟਾਰਟ ਕਰਾਂਗੇ ਅਤੇ ਪੇਜ ਨੰਬਰ 22 ਤੱਕ ਸਮੇਤ ਇਸ ਦਾ ਚਿੱਤਰ ਬਣਾ ਕੇ ਲਾਭ ਲਿਖ ਕੇ ਅਖੀਰ ਤੱਕ ਇੱਥੇ ਤੱਕ ਲਿਖਿਆ ਜਾਏਗਾ, ਠੰਡਾ ਕਰਨ ਤੋਂ ਕੀ ਭਾਵ ਹੈ? ਠੰਡਾ ਕਰਨ ਦੇ ਸਰੀਰ ਉੱਪਰ ਪ੍ਰਭਾਵਾਂ ਦਾ ਵਰਣਨ ਕਰੋ। ਇਸ ਪ੍ਰਸ਼ਨ ਦਾ ਉੱਤਰ ਪੇਜ ਨੰਬਰ 18 ਤੋਂ ਸਟਾਰਟ ਕਰਾਂਗੇ ਅਤੇ ਸਾਰੇ ਪੁਆਇੰਟ ਲਿਖਦੇ ਹੋਏ ਇੱਥੋਂ ਤੱਕ ਪੂਰਾ ਲਿਖਾਂਗੇ। ਪ੍ਰਸ਼ਨ ਨੰਬਰ 12 ਹੈ, ਅੰਤਰਾਲ ਸਿਖਲਾਈ ਬਾਰੇ ਤੁਸੀਂ ਕੀ ਜਾਣਦੇ ਹੋ? ਇਸ ਪ੍ਰਸ਼ਨ ਦਾ ਉੱਤਰ ਅੰਤਰਾਲ ਸਿਖਲਾਈ ਵਿਧੀ ਤੋਂ ਸਟਾਰਟ ਕਰਕੇ ਗਹਿਣ ਵਿਧੀ, ਵਿਸਥਾਰ ਵਿਧੀ ਅਤੇ ਅੰਤਰਾਲ ਸਿਖਲਾਈ ਦੇ ਲਾਭ ਲਿਖਦੇ ਹੋਏ ਇੱਥੋਂ ਤੱਕ ਪੂਰਾ ਅਸੀਂ ਆਪਣੀ ਕਾਪੀ ਦੇ ਵਿੱਚ ਲਿਖਾਂਗੇ। ਪਾਠ ਦੇ ਵਿੱਚੋਂ ਵੀ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪੁੱਛੇ ਜਾ ਸਕਦੇ ਹਨ, ਸੋ ਇਸ ਲਈ ਤੁਸੀਂ ਸਾਰਾ ਹੀ ਪਾਠ ਅੱਛੇ ਤਰੀਕੇ ਦੇ ਨਾਲ ਪੜ੍ਹਨਾ ਹੈ ਅਤੇ ਯਾਦ ਕਰ ਲੈਣਾ ਹੈ। ਥੈਂਕ ਯੂ ਵੈਰੀ ਮੱਚ।